ਕਵਿਤਾਵਾਂ ਦਾ ਆਸ਼ਿਕ, ਗੀਤਾਂ ਦਾ ਪਿਆਰਾ। ਕਵਿਤਾਵਾਂ ਦਾ ਆਸ਼ਿਕ, ਗੀਤਾਂ ਦਾ ਪਿਆਰਾ, ਨਾਵਲ ਲਿਖਦਾ ਹੈ ਕੁਝ ਨਿਆਰਾ। ਕਵਿਤਾਵਾਂ ਦਾ ਆਸ਼ਿਕ, ਗੀਤਾਂ ਦਾ ਪਿਆਰਾ, ਨਾਵਲ ਲਿਖਦਾ ਹੈ ਕੁਝ ਨਿਆਰਾ। ਵਿਲੱਖਣਤਾ ਪਹਿਚਾਨ ਉਸਦੀ, ਅੰਬਰੋਂ ਉੱਚੀ ਵਹਿੰਦੀ ਹੈ ਉਸਦੀ ਧਾਰਾ। ਸਤਿ ਸ਼੍ਰੀ ਅਕਾਲ ਜੀ, ਮੈਂ ਕੁਲਵਿੰਦਰ ਕੌਰ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਪੀਂਗ ਸੱਭਿਆਚਾਰ ਦੀ। ਅੱਜ ਸਾਡੇ ਨਾਲ ਜੋ ਸ਼ਖਸੀਅਤ ਜੁੜ ਰਹੀ ਹੈ, ਉਹਨਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਇੱਕ ਪ੍ਰਵਾਸੀ ਨਾਵਲਕਾਰ ਵਜੋਂ ਆਪਣੀ ਪਹਿਚਾਨ ਬਣਾਈ ਹੈ। ਉਹਨਾਂ ਦੀਆਂ ਕਵਿਤਾਵਾਂ ਤੇ ਕਹਾਣੀਆਂ ਵੀ ਬਹੁਤ ਚਰਚਿਤ ਹਨ, ਜੋ ਵੱਖ-ਵੱਖ ਸਾਹਿਤਕ ਰਸਾਲਿਆਂ ਦੇ ਵਿੱਚ ਛਪਦੀਆਂ ਨੇ। ਇਹਨਾਂ ਨੇ ਜ਼ਿੰਦਗੀ ਦੇ 12 ਸਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਸ਼ਬਦਾਂ ਦਾ ਸਾਰ ਕੱਢਣ ਵਿੱਚ ਸਮਰਪਿਤ ਕੀਤੇ। ਮੇਰੀ ਮੁਰਾਦ ਹੈ ਹਰ ਦਿਲ ਅਜ਼ੀਜ਼ ਗੱਗਾ ਸੱਸਾ ਨਕਸ਼ਦੀਪ ਪੰਚਕੋਹਾ ਜੀ ਤੋਂ। ਬਹੁਤ ਬਹੁਤ ਸਵਾਗਤ ਹੈ ਨਕਸ਼ਦੀਪ ਜੀ ਸਾਡੇ ਪ੍ਰੋਗਰਾਮ ਪੀਂਗ ਸੱਭਿਆਚਾਰ ਦੇ ਵਿੱਚ। ਥੈਂਕ ਯੂ ਜੀ ਕੁਲਵਿੰਦਰ ਜੀ, ਥੈਂਕ ਯੂ ਵੈਰੀ ਮਚ। ਮੈਂ ਵੀ ਮੀਡੀਆ ਦਾ ਵੀ ਧੰਨਵਾਦੀ ਜਿਹਨਾਂ ਨੇ ਮੈਨੂੰ ਆਪਣੇ ਪਾਠਕਾਂ ਦੇ ਰੂਬਰੂ ਕੀਤਾ। ਥੈਂਕ ਯੂ ਜੀ। ਨਕਸ਼ਦੀਪ ਜੀ, ਤੁਹਾਡਾ ਨਾਮ ਗੱਗਾ ਸੱਸਾ ਨਕਸ਼ਦੀਪ ਪੰਚਕੋਹਾ। ਮੈਂ ਚਾਹਾਂਗੀ ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਗੱਗਾ ਸੱਸਾ ਦਾ ਕੀ ਮਤਲਬ ਹੈ। ਪੰਚਕੋਹਾ ਤੋਂ ਸਮਝ ਆਉਂਦਾ ਹੈ ਕਿ ਪੰਜਾਬ ਦੇ ਕਿਸੇ ਪਿੰਡ ਦਾ ਨਾਮ ਹੈ। ਗੱਗਾ ਸੱਸਾ ਦਾ ਮਤਲਬ ਜ਼ਰੂਰ ਦੱਸੋ। ਬਿਲਕੁਲ, ਤੁਸੀਂ ਠੀਕ ਹੈ। ਪੰਚਕੋਹਾ ਪਿੰਡ ਦਾ ਨਾਮ ਹੈ। ਕੀ ਹੈ ਕਿ ਗੱਗਾ ਸੱਸਾ ਦਾ ਮਤਲਬ ਹੈ ਗੁਰਦੀਪ ਸਿੰਘ। ਗੱਗਾ ਫਿਰ ਗੁਰਦੀਪ, ਸੱਸਾ ਉਹਦੇ ਵਾਸਤੇ, ਸਿੰਘ ਵਾਸਤੇ। ਤੇ ਨਕਸ਼ਦੀਪ ਮੇਰਾ ਪੈਨ ਨੇਮ, ਤੇ ਨਕਸ਼ਦੀਪ ਪੈਨ ਨੇਮ ਦੇ ਨਾਲ ਮੈਂ ਪੰਚਕੋਹਾ ਪਿੰਡ ਲਾ ਲਿਆ। ਸੋ ਨਕਸ਼ਦੀਪ ਪੰਚਕੋਹਾ ਤੇ ਗੁਰਦੀਪ ਸਿੰਘ ਨੂੰ ਕੱਟ ਕੇ ਮੈਂ ਗੱਗਾ ਸੱਸਾ ਕਰਤਾ ਛੋਟ। ਜੀ ਨਕਸ਼ਦੀਪ ਜੀ, ਤੁਸੀਂ ਪਿਛਲੇ 34 ਸਾਲਾਂ ਤੋਂ USA ਦੇ ਵਿੱਚ ਰਹਿ ਰਹੇ ਹੋ। ਤੁਸੀਂ ਆਪਣੀ ਪੜ੍ਹਾਈ ਲਿਖਾਈ ਸਭ ਕੁਝ ਇੱਥੋਂ ਕੀਤਾ ਤੇ ਫਿਰ ਤੁਸੀਂ ਅਮਰੀਕਾ ਜਾਣ ਬਾਰੇ ਸੋਚਿਆ ਕਿਉਂ? ਇਹ ਇਸ ਤਰ੍ਹਾਂ ਕਿ ਮੈਂ 3 MA ਕੀਤੀਆਂ ਹੋਈਆਂ ਸੀਗੀਆਂ। ਮੈਂ ਉੱਥੇ ਕਾਲਜ ਸੀਗੇ 2 ਜਿੱਥੇ ਓਪਨਿੰਗ ਸੀਗੀ, ਮੈਂ ਉੱਥੇ ਅਪਲਾਈ ਵੀ ਕੀਤਾ। ਮੇਰੀ ਕਲਾਸ ਵੀ ਵਧੀਆ ਸੀਗੀ, ਹਾਈ ਸੈਕੰਡ ਕਲਾਸ ਸੀ। ਲੇਕਿਨ ਸਿਫਾਰਿਸ਼ ਚਾਹੀਦੀ ਸੀ ਮੈਨੂੰ ਦੋਨੇ ਜਗ੍ਹਾ ਤੇ, ਮੈਂ ਸਿਫਾਰਿਸ਼ ਨਹੀਂ ਫੜ ਨਹੀਂ ਸਕਿਆ। ਮੈਨੂੰ ਬੜਾ ਦੁੱਖ ਹੋਇਆ। ਤੇ ਫਿਰ ਉੱਧਰ ਮੈਂ ਪਬਲਿਕ ਸਕੂਲਾਂ 'ਚ ਪੜ੍ਹਾਇਆ ਥੋੜ੍ਹਾ ਚਿਰ। ਉਹ ਤੋਂ ਬਾਅਦ ਮੈਨੂੰ ਓਪਨਿੰਗ ਨਿਕਲੀ ਬਾਹਰ ਅਫਰੀਕਾ ਦੇ ਵਿੱਚ ਐਡਿਸ ਬਾਬਾ ਯੂਨੀਵਰਸਿਟੀ ਦੇ ਲੈਕਚਰਾਰ ਦੇ ਤੌਰ ਤੇ। ਮੈਂ ਉੱਥੇ ਚਲੇ ਗਿਆ ਜਿੱਥੇ ਮੈਂ 4.5 ਸਾਲ ਗੁਜ਼ਾਰੇ। ਉਸ ਤੋਂ ਬਾਅਦ ਫਿਰ USA ਜਾਣ ਦਾ ਮੈਨੂੰ ਸਬਬ ਬਣਿਆ ਮੇਰਾ, ਫਿਰ ਮੈਂ ਉੱਧਰ ਨੂੰ ਚਲਾ ਗਿਆ। ਜੀ, ਤੁਹਾਡਾ ਲੇਖਣੀ ਦਾ ਸਫ਼ਰ ਬਚਪਨ ਤੋਂ ਸ਼ੁਰੂ ਹੋਇਆ ਜਾਂ ਫਿਰ ਤੁਸੀਂ ਬਾਅਦ ਵਿੱਚ ਇਹਨੂੰ ਸ਼ੁਰੂ ਕੀਤਾ? ਇਹ ਬਚਪਨ ਤੋਂ ਹੀ ਆਖੋ, ਕਿਉਂਕਿ ਬਚਪਨ 'ਚ ਹੀ ਮੈਂ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸੀਗੇ, ਛੋਟੇ ਛੋਟੇ ਗੀਤ। ਤੇ ਜਿਵੇਂ ਮੈਂ ਐਗਜ਼ਾਮਪਲ ਲਈ ਧਾਰਮਿਕ ਗੀਤ 2 ਲਾਈਨਾਂ ਦੱਸਦਾ ਹੈ ਕਿ ਉਹਦਾ ਹੈ ਸੀਗਾ ਲਾਲ ਸੋਹਣੇ ਲਾਲ ਮਾਤਾ ਨੇ ਕਰ ਦਿੱਤੇ ਕੁਰਬਾਨ, ਦੱਸੋ ਮਾਤਾ ਗੁਜਰੀ ਦੇ ਕੌਣ ਹੈ ਸਮਾਨ। ਏਦਾਂ ਦਾ ਇਸ ਤਰੀਤਾਂ ਦੇ ਮੈਂ ਲਿਖ ਕੇ ਫਿਰ ਸਟੇਜਾਂ ਤੇ ਕਹਿ ਦਿੰਦਾ ਸੀਗਾ, ਕਵਿਤਾਵਾਂ ਕਹਿ ਦਿੰਦਾ ਸੀਗਾ। ਤੇ ਗੁਰਦੇਵ ਸਿੰਘ ਮਾਨ ਮੈਨੂੰ ਗਾਈਡ ਕਰਦੇ ਹੁੰਦੇ ਸੀ, ਉਹ ਗੀਤਕਾਰ ਤੇ ਕਵੀ ਹੋਏ ਨੇ। ਤੇ ਉਹਨਾਂ ਕੋਲ ਮੈਂ ਚਿੱਠੀਆਂ ਲਿਖ ਦਿੰਦਾ ਸੀ। ਮੈਨੂੰ ਚਿੱਠੀਆਂ ਪੜ੍ਹ ਕੇ ਕਹਿੰਦੇ ਵੀ ਤੇਰੀ ਵਾਰਤਕ ਬੜੀ ਵਧੀਆ, ਤੂੰ ਵਾਰਤਕ ਵੀ ਲਿਖਿਆ ਕਰ। ਕਵੀ ਕੀ ਲਿਖਾਂ ਜੀ? ਮੈਂ ਕਹਾਣੀ ਲਿਖਿਆ ਕਰ ਜੇ ਤੂੰ ਕੋਈ ਸੋਚਦੀ ਹੈ। ਮੈਂ ਕਿਹਾ ਠੀਕ ਹੈ ਜੀ। ਮੈਂ ਫਿਰ ਕਹਾਣੀ ਮਤਲਬ ਲਿਖੀ, ਜਿਵੇਂ ਨਾਨਕ ਸਿੰਘ ਨੂੰ ਭੇਜੀ। ਉਹ ਕਹਿੰਦੇ ਥੋੜੀ ਜਿਹੀ ਮਿਹਨਤ ਕਰਨ ਦੀ ਲੋੜ ਹੈ ਤੁਹਾਨੂੰ। ਇਸ ਤਰ੍ਹਾਂ ਮੈਂ ਉਹ ਕਹਾਣੀ ਲਿਖਣ ਲੱਗ ਪਿਆ। ਤੇ ਕਵਿਤਾ ਜਿਹੜੀ ਹੈ ਮੇਰੇ ਨਾਲ ਰਹੀ, ਕਵਿਤਾ ਨੂੰ ਮੈਂ ਕਦੇ ਨਹੀਂ ਛੱਡਿਆ। ਜਦੋਂ ਮੈਂ ਨਾਵਲ ਲਿਖਿਆ ਆਪਣਾ ਪਹਿਲਾ ਬਾਬ ਰੋੜਿਆਂ ਦੇ ਨਾਲ 1987 ਛਪਿਆ ਸੀਗਾ, ਉਹਦੇ ਵਿੱਚ ਵੀ ਕਵਿਤਾ ਆਉਂਦੀ ਹੈ ਮੇਰੀ। ਤੁਸੀਂ ਵਿੱਚ ਦੇਖੋਗੇ ਕਵਿਤਾ ਦੀ, ਉਹ ਮੇਰੀ ਕਵਿਤਾ ਹੈ। ਕਿਉਂਕਿ ਕਵਿਤਾ ਨੂੰ ਮੈਂ ਕਦੇ ਨਹੀਂ ਛੱਡਿਆ। ਮੇਰੇ ਸਾਰੇ ਨਾਵਲਾਂ ਵਿੱਚ ਕਵਿਤਾ ਤੁਸੀਂ ਦੇਖੋਗੇ। ਜੀ ਜੀ, ਤੁਹਾਡੇ ਸਾਰੇ ਨਾਵਲਸ ਦੇ ਵਿੱਚ ਪਹਿਲਾ ਸਫਾ ਜਿਹੜਾ ਹੁੰਦਾ ਹੈ ਉਹਦੇ ਵਿੱਚ ਤੁਸੀਂ ਕਵਿਤਾ ਜ਼ਰੂਰ ਲਿਖੀ ਹੋਈ ਹੁੰਦੀ ਹੈ, ਮੈਂ ਪੜ੍ਹੀਆਂ ਹੈ। ਹਾਂ, ਮੋਸਟ ਆਫ ਦ ਟਾਈਮ। ਤੁਸੀਂ ਪਹਿਲਾ ਕਵਿਤਾ ਦਾ ਸਫ਼ਰ ਪਹਿਲੇ ਸ਼ੁਰੂ ਹੋਇਆ ਸੀ ਜਾਂ ਕਹਾਣੀਆਂ ਔਰ ਨਾਵਲ ਦਾ ਸਫ਼ਰ ਪਹਿਲੇ ਸ਼ੁਰੂ ਹੋਇਆ? ਪਹਿਲਾ ਕਵਿਤਾ ਤੇ ਉਹਦਾ ਆਖ ਲਓ ਗੀਤਾਂ ਦਾ, ਪਰ ਮੈਂ ਜਿਹੜਾ ਛਪਾਉਂਦਾ ਮੈਂ ਕਵਿਤਾਵਾਂ ਵੀ ਸੀਗਾ ਤੇ ਕਹਾਣੀਆਂ ਵੀ ਛਪਾਉਂਦਾ ਸੀ। ਜਿਹੜੇ ਆਪਣੇ ਪ੍ਰੀਤੜੀ ਹੋ ਗਈ, ਲਕੀਰ ਹੋ ਗਿਆ, RC ਜੋ ਹੈ ਨੇ ਮੈਗਜ਼ੀਨ ਦੇ ਵਿੱਚ, ਤੇ ਆਪਣਾ ਅਜੀਤ ਨਹੀਂ ਕੀ ਹੁੰਦਾ ਨਵਾਂ ਜ਼ਮਾਨਾ ਤੇ ਪੰਜਾਬੀ ਟ੍ਰਿਬਿਊਨ। ਲੇਕਿਨ ਰਲਵਾਂ ਮਿਲਵਾਂ ਜਿਹਾ ਸੀਗਾ ਉਹ। ਪਰ ਨਾਵਲ ਲਿਖਣ ਦੇ ਨਾਲ ਵੀ ਮੈਂ ਜ਼ਿਆਦਾ ਨਾਵਲ ਵੱਲ ਚਲਾ ਗਿਆ ਤੇ ਕਵਿਤਾਵਾਂ ਘੱਟ ਗਈਆਂ, ਕਵਿਤਾਵਾਂ ਉਹਦੇ ਤੱਕ ਰਹਿ ਗਈਆਂ।
ਤੇ ਮੈਨੂੰ ਡਾਕਟਰ ਐਸ.ਪੀ. ਸਿੰਘ ਨੂੰ ਮਿਲਿਆ ਸੀ 1998 ਦੇ ਵਿੱਚ। ਉਹ ਕਹਿੰਦੇ ਕਵਿਤਾ ਬੜੀ ਲਿਖਦੇ ਹੋ, ਤੁਸੀਂ ਇਹ ਵੀ ਲਿਖਿਆ ਕਰੋ। ਫਿਰ ਮੈਂ ਕਵਿਤਾਵਾਂ ਜਾਰੀ ਰੱਖੀਆਂ, ਤਾਂ ਹੀ ਮੈਂ ਇਹ ਕਿਤਾਬ ਛਪਾਈ ਹੈ। ਹਾਂਜੀ ਜੀ ਤੁਸੀਂ ਹੁਣ ਤੱਕ 7 ਕਿਤਾਬਾਂ ਜਿਹੜੀਆਂ ਨੇ ਉਹ ਲਿਖ ਚੁੱਕੇ ਹੋ, ਜਿਨ੍ਹਾਂ ਵਿੱਚੋਂ ਇੱਕ ਕਾਵਿ ਸੰਗ੍ਰਹਿ ਹੈ, ਬਾਕੀ 6 ਨਾਵਲ ਹੈ। ਹਾਂਜੀ। ਹੁਣ ਜਿਹੜਾ ਤੁਹਾਡਾ ਸਭ ਤੋਂ ਪਹਿਲਾ ਨਾਵਲ ਹੈ, ਅਸੀਂ ਉਸ ਵੱਲ ਆ ਰਹੇ ਹਾਂ, ਉਸ ਦੇ ਉੱਤੇ ਚਾਨਣਾ ਜ਼ਰੂਰ ਪਾਓ। ਦੇਖੋ, ਮੈਂ ਉਸ ਨਾਵਲ ਬਾਰੇ ਕਹਿਣ ਤੋਂ ਨਾਲ ਇੱਕ ਗੱਲ ਹੋਰ ਵੀ ਆਖ ਦਿਆਂ ਕਿ ਮੈਨੂੰ ਨਾ ਕਈ ਵਾਰ ਮਤਲਬ ਥੋੜਾ ਜਿਹਾ ਨਿਰਾਸ਼ਾ ਹੋਈ ਆ ਕਿ ਪੰਜਾਬੀ ਜਿਹੜੇ ਪਾਠਕ ਨੇ ਕਈ ਵਾਰ ਉਹ ਗੱਲ ਬੁੱਝ ਨਹੀਂ ਪਾਉਂਦੇ ਜੋ ਲੇਖਕ ਕਹਿੰਦਾ ਹੈਗਾ। ਤੇ ਉਹ ਜਿਹੜਾ ਨਾਵਲ ਹੈ ਉਹ ਕਾਮ ਬਾਰੇ ਆ। ਕਾਮ ਦੀਆਂ ਕਹਾਣੀ ਨਹੀਂ ਹੈ ਉਹ, ਕਾਮ ਦੀ ਐਕਚੁਅਲੀ ਕਾਮ ਨੇ ਇੱਕ ਡਿਜ਼ੀਜ਼ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ। ਇਹ ਇੱਕ ਡਿਜ਼ੀਜ਼ ਹੈ, ਇਹਦਾ ਇਲਾਜ ਹੋਣਾ ਚਾਹੀਦਾ। ਜਿਵੇਂ ਪੱਛਮ ਦੇ ਵਿੱਚ ਇਸ ਦਾ ਇਲਾਜ ਹੁੰਦਾ ਹੈ ਕਿ ਬਿਮਾਰੀ ਐਡਿਕਸ਼ਨ ਹੈ, ਤਾਂ ਉਹ ਚੀਜ਼ ਮੈਂ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਬਾਰੇ ਕਿਸੇ ਰਿਵਿਊ ਹੋਏ ਬੜੇ ਵਧੀਆ ਜੀ, ਬਹੁਤ ਵਧੀਆ, ਖੁੱਲਾ ਨਾਵਲ ਹੈ ਜੀ, ਲੇਕਿਨ ਉਹ ਗੱਲ ਨਹੀਂ ਜੋ ਮੈਂ ਕਹਿਣੀ ਚਾਹੁੰਦਾ, ਨਹੀਂ ਉਹਨਾਂ ਨੇ ਮਤਲਬ ਕਹੀ। ਉਹਦਾ ਇਹ ਸੀ, ਉਹਦਾ ਮੁੱਦਾ ਇਹੀ ਸੀ। ਕਿਉਂਕਿ ਸਾਡਾ ਸਮਾਜ ਜਿਹੜਾ ਇਸ ਬਾਰੇ ਗੱਲ ਕਰਨਾ ਨਹੀਂ ਚਾਹੁੰਦਾ। ਅਗਰ ਤੁਸੀਂ ਕਾਮ ਦੀਆਂ ਕਿਤਾਬਾਂ ਲਿਖ ਰਹੇ ਹੋ ਤੇ ਉਹ ਇਸ ਵਾਰ ਆਉਣਾ ਨਹੀਂ ਚਾਹੁੰਦਾ, ਕਿਉਂਕਿ ਇੱਥੇ ਲੋਕ ਕੁਝ ਚੀਜ਼ਾਂ ਨੂੰ ਪਰਦੇ ਦੇ ਵਿੱਚ ਰੱਖਣਾ ਮੈਨੂੰ ਲੱਗਦਾ ਜ਼ਿਆਦਾ ਚੰਗਾ ਸਮਝਦੇ। ਪਰਦੇ ਤੋਂ ਬਾਹਰ ਆ ਜਾਂਦੀ ਚੀਜ਼, ਨਹੀਂ ਜੀ ਇਹ ਗਲਤ ਹੈ, ਇਹਨੂੰ ਸਾਡੇ ਬੱਚੇ ਨਹੀਂ ਪੜ੍ਹ ਸਕਦੇ, ਜਾਂ ਵੱਡੇ ਪੜ੍ਹਨਗੇ ਤਾਂ ਉਹਨਾਂ ਤੇ ਗਲਤ ਅਸਰ ਪਏਗਾ। ਲੇਕਿਨ ਇਹਦਾ ਜਿਹੜਾ ਹੈ, ਤੁਸੀਂ ਬਹੁਤ ਚੰਗੀ ਗੱਲ ਕਹੀ, ਇਹ ਅਗਰ ਲੋਕਾਂ ਦੇ ਵਿੱਚ ਆਉਂਦੀ ਹੈ ਤਾਂ ਇੱਕ ਇਲਾਜ ਹੁੰਦਾ। ਇਹ ਇੱਕ ਐਡਿਕਸ਼ਨ ਬਣ ਚੁੱਕੀ, ਇੱਕ ਬਿਮਾਰੀ ਬਣ ਚੁੱਕੀ ਹੈ। ਬਿਲਕੁਲ ਤੁਸੀਂ ਠੀਕ ਬਿਆਨ ਕੀਤਾ, ਬਿਲਕੁਲ। ਇਸ ਤੋਂ ਇਲਾਵਾ ਹੁਣ ਅਸੀਂ ਤੁਹਾਡੀਆਂ ਮੈਂ ਕੁਝ ਸਤਰਾਂ ਦੀ ਗੱਲ ਕਰ ਰਹੀ ਸੀ, ਜਿਹੜੀਆਂ ਤੁਸੀਂ ਕਵਿਤਾਵਾਂ ਦੀਆਂ ਲਿਖੀਆਂ ਹੋਈਆਂ ਸੀ ਕਿ ਨਾ ਹੋ ਦੁਖੀ ਰਾਤ ਜੇ ਲੰਮੀ ਏ, ਨਾ ਹੋ ਦੁਖੀ ਰਾਤ ਜੇ ਲੰਮੀ ਏ, ਇਨੇ ਮੁੱਕਣਾ ਤੇ ਦਿਨ ਚੜ੍ਹਨਾ ਏ, ਮਨ ਰੱਖ ਬੁਲੰਦੀਆਂ ਤੇ ਆਪਣਾ ਹੈ ਕਰ ਲਿਆ ਜੋ ਇਸਨੇ ਕਰਨਾ ਹੈ। ਮੈਂ ਚਾਹਾਂਗੀ ਇਸ ਤੋਂ ਅਗਲਾ ਬੰਦ ਤੁਸੀਂ ਆਪ ਸੁਣਾਓ। ਉਹ ਇਹ ਹੈ ਕਿ ਸੂਰਜ ਉਹ ਚਾਨਣ ਛੱਡਦਾ ਏ, ਜੋ ਨਾ ਮੁੱਕਦਾ ਏ ਨਾ ਘਟਦਾ ਏ, ਰਾਹ ਆਪਣੇ ਆਪ ਬਣਾ ਲੈਂਦਾ, ਕਿਧਰੇ ਜਦ ਲਾਵਾ ਫਟਦਾ ਏ। ਤੂੰ ਬਣ ਕੇ ਸੜੇ ਆਏ, ਤੂੰ ਸੂਰਜ ਬਣ ਕੇ ਸੜਨਾ ਏ, ਤੂੰ ਤੱਕ ਨਾ ਹਾਰੇ ਲੋਕਾਂ ਨੂੰ ਸੀ ਅਦਵਾਟੇ ਆਈ ਜੋ ਪਰਤ ਗਏ, ਤੇ ਜੋ ਫੈਸਲਾ ਕੁਨ ਪੜਾਵਾਂ ਤੇ ਸੀ ਗੀਦਿਆਂ ਵਾਂਗ ਜਰਕ ਗਏ। ਬਹੁਤ ਖੂਬ ਜੀ। ਇੱਕ ਤੁਹਾਡੀ ਹੋਰ ਕਵਿਤਾ ਹੈ, ਮੈਂ ਚਾਹਾਂਗੀ ਉਸਦੇ ਵੀ 2 ਬੰਦ ਸੁਣਾਓ। ਉਹ ਹੈਗੀ ਹੈ ਕਵਿਤਾ ਦੀ ਹਸਤੀ। ਹਾਂਜੀ। ਜਿੱਦਾਂ ਕਹਿੰਦੇ ਨੇ ਨਾ ਕਿ ਕਵਿਤਾ ਬੜੇ ਸਾਰੀ ਜਗ੍ਹਾ ਦੇ ਉੱਤੇ ਵੱਖ-ਵੱਖ ਰੂਪਾਂ ਦੇ ਵਿੱਚ ਖੜੀ ਹੁੰਦੀ ਹੈ। ਸੋ ਮੈਂ ਚਾਹਾਂਗੀ ਤੁਸੀਂ ਵੀ ਆਪਣੀ ਇਸ ਕਵਿਤਾ ਦੀ ਜਿਹੜੀ ਹਸਤੀ ਹੈ ਉਹ ਸਾਡੇ ਸਾਹਮਣੇ 2 ਬੰਦ ਦੇ ਪੇਸ਼ ਕਰੋ। ਉਹਦੀ ਕਵਿਤਾ ਦੀ ਜਿਹੜੀ ਹੈ ਨਾ, ਜਿਹੜੀ ਜਿੱਦਾਂ ਤੁਸੀਂ ਪ੍ਰੈਜ਼ੈਂਟ ਗੱਲ ਕੀ ਕਹੀ ਹੈ ਨਾ, ਉਹ ਉਸੇ ਨੂੰ ਲੈ ਕੇ ਤੋੜਦਾ। ਇੱਕ ਆਦਿ ਤੋਂ ਹੁਣ ਤੀਕ ਤੇ ਸਮੇਂ ਦੀ ਗੋਦ ਵਿੱਚ ਛੁਪੇ ਸੱਚ ਦੇ ਤਰਾਨੇ ਨੂੰ ਗਾਉਂਦੀ। ਇਹ ਜਿਹੜੀ ਸਤਰ ਤੁਹਾਡੀ ਨਾ, ਸ਼ੁਰੂ ਤੋਂ ਜਦੋਂ ਮਨੁੱਖ ਨੇ ਲਿਖਣਾ ਸ਼ੁਰੂ ਕੀਤਾ ਕਵਿਤਾ ਦੇ ਵਿੱਚ, ਉਹਦੇ ਬਾਰੇ ਇਸ਼ਾਰਾ ਹੈ। ਇੱਕ ਦੀਵੇ ਵਾਂਗ ਬਲ ਕੇ ਲੋਕਾਂ ਦੇ ਕੁੱਛੜ ਚੁੱਕੇ ਚੁੱਪ ਦੀ ਬੜੀ ਚਰਚਾ ਹੁੰਦੀ ਤੁਹਾਡੇ ਜਾਣ ਤੋਂ ਬਾਅਦ, ਜਿਵੇਂ ਚੰਦ ਹੁੰਦੀ ਉਹਦੇ ਛੁਪਣ ਤੋਂ ਬਾਅਦ। ਉਸ ਜਦੋਂ ਚੰਦ ਛੁਪ ਜਾਂਦਾ ਉਦੋਂ ਬਾਅਦ ਜਦ ਇਹ ਕਵਿਤਾ ਦੀ ਇਹੀ ਹਾਲ ਕਵਿਤਾ ਦੀ, ਠੀਕ ਹੈ ਨਾ। ਕਵਿਤਾ ਸੁਣਾਉਣੇ ਪੜ੍ਹ ਕੇ ਚਲੇ ਜਾਂਦਾ, ਪਰ ਤੁਹਾਡੇ ਦਿਮਾਗ 'ਚ ਘੁੰਮਦੇ ਨੇ। ਬਿਲਕੁਲ। ਜਿੱਦਾਂ ਕਹਿੰਦੇ ਨਾ, ਕਵਿਤਾ ਕੱਲੀ ਰਹਿ ਕਈ ਮੋਰਚੇ ਸਾਂਭਦੀ ਵੇਖੀ। ਕਵਿਤਾ ਜਿਹੜੀ ਹੈ ਉਹ ਐਸੀ ਚੀਜ਼ ਹੈ ਜਿਹੜੀ ਵੱਖ-ਵੱਖ ਜਗ੍ਹਾਵਾਂ ਦੇ ਉੱਤੇ ਆਪਣਾ ਮੋਰਚਾ ਸਾਂਭ ਕੇ ਬੈਠੀ ਹੁੰਦੀ ਹੈ। ਜਦੋਂ ਤੋਂ ਦੁਨੀਆ ਸ਼ੁਰੂ ਹੋਈ ਹੈ ਔਰ ਜਦ ਤੱਕ ਅੰਤ ਹੋਏਗਾ, ਇਹ ਕਵਿਤਾ ਬੜੇ ਸਾਰੇ ਮੋਰਚਿਆਂ ਨੂੰ ਸਾਂਭ ਕੇ ਰੱਖੇਗੀ। ਸੋ ਹੁਣ ਚੱਲਦੇ ਹਾਂ ਜੀ ਅਸੀਂ ਤੁਹਾਡੇ ਅਗਲੇ ਨਾਵਲ ਵੱਲ। ਗੱਲ ਕਰਦੇ ਹਾਂ ਸੁਲਗਦੀ ਅੱਗ ਦੀ। ਇਸ ਵਿੱਚ ਤੁਹਾਡਾ ਮੁੱਖ ਪਾਤਰ ਜਿਹੜਾ ਗੁਰਲੀਨ ਹੈ, ਉਸ ਨੂੰ ਜਦੋਂ ਪਤਾ ਲੱਗਦਾ ਹੈਗਾ ਕਿ ਉਹਦੇ ਗੁਆਂਢੀ, ਯਾਨੀ ਕਿ ਉਹਦੇ ਸੱਗੇ ਤਾਏ ਨੇ ਉਹਦੇ ਭੈਣ ਭਰਾ ਮਾਂ ਪਿਓ ਨੂੰ ਸਭ ਨੂੰ ਮਾਰ ਦਿੱਤਾ, ਤੇ ਕੋਈ ਉਹਨੂੰ ਆ ਕੇ ਦੱਸਦਾ ਕਿ ਹੁਣ ਤੂੰ ਦੌੜ ਜਾ, ਤੇਰੇ ਤਾਏ ਨੇ ਤੈਨੂੰ ਮਾਰਨ ਲਈ ਲੱਭ ਰਿਹਾ। ਤੇ ਉਹ ਕਿਸ ਤਰੀਕੇ ਦੇ ਨਾਲ ਖੇਤਾਂ ਚੋਂ ਹੁੰਦਾ ਹੋਇਆ ਦੌੜਦਾ ਕਿਸੇ ਤਰੀਕੇ ਉਹ ਚੰਡੀਗੜ੍ਹ ਤੱਕ ਪਹੁੰਚ ਰਿਹਾ। ਹੁਣ ਚੰਡੀਗੜ੍ਹ ਜਾ ਕੇ ਉਹ ਆਪਣੇ ਮਾਮੇ ਦੇ ਕੋਲ ਰਹਿੰਦਾ ਹੈਗਾ। ਮਾਮਾ ਉਹਨੂੰ ਬੜਾ ਸਮਝਾਉਂਦਾ ਵੀ, ਕਿਉਂਕਿ ਉਹਦੇ ਅੰਦਰ ਇੱਕ ਅੱਗ ਬਲ ਰਹੀ ਹੈ ਕਿ ਮੈਂ ਜਾ ਕੇ ਆਪਣੇ ਤਾਏ ਨੂੰ ਮਾਰਨਾ।
ਇੱਥੇ ਪਹਿਲੀ ਚੀਜ਼ ਜਿਹੜੀ ਪੁੱਛਣ ਵਾਲੀ ਆਉਂਦੀ ਹੈ ਕਿ ਇੱਥੇ ਉਹਦਾ ਸੰਪਰਕ ਇੱਕ ਕੁੜੀ ਦੇ ਨਾਲ ਹੁੰਦਾ ਹੈ, ਜਿਹੜਾ ਉਸ ਕੁੜੀ ਦੇ ਵਾਲੇ ਆਕਰਸ਼ਿਤ ਹੋ ਜਾਂਦਾ ਹੈ। ਮੈਂ ਪਹਿਲਾਂ ਇਹ ਪੁੱਛਣਾ ਚਾਹੁੰਦੀ ਹਾਂ, ਜਦੋਂ ਉਹਦੇ ਅੰਦਰ ਇੱਕ ਅੱਗ ਵੱਲ ਰਹੀ ਸੀ ਇਸ ਕਰਨ ਦੀ, ਕਿਉਂਕਿ ਬਾਅਦ ਵਿੱਚ ਇਹੀ ਜਿਹੜਾ ਪਾਤਰ ਹੈ ਉਸ ਕੁੜੀ ਨੂੰ ਕਹਿੰਦਾ ਹੈ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦਾ ਕਿਉਂਕਿ ਮੈਂ ਜਾ ਕੇ ਆਪਣੇ ਤਾਈ ਨੂੰ ਮਾਰਨਾ ਹੈ, ਮੇਰੇ ਅੰਦਰ ਇੱਕ ਅੱਗ ਸੁਲਗਦੀ ਹੈ। ਫਿਰ ਉਸ ਕੁੜੀ ਵੱਲ ਵਧਿਆ ਕਿਉਂ? ਇਸ ਚੀਜ਼ ਦਾ ਘਟਨਾ ਦਾ ਇੱਕ ਮਕਸਦ ਹੈ ਵਿੱਚ ਪਾਉਣ ਦਾ, ਉਹ ਇਹ ਆ ਕਿ ਅਸੀਂ ਹਿਊਮਨ ਬੀਇੰਗ ਆ, ਅਸੀਂ ਕੋਈ ਰੋਬੋਟ ਨਹੀਂ ਹੈਗੇ, ਹਿਊਮਨ ਬੀਇੰਗ ਆ। ਰੋਬੋਟ ਦੇ ਵਿੱਚ ਜੋ ਜਿੱਦਾਂ ਤੁਸੀਂ ਉਹਨੂੰ ਕਰੋਗੇ, ਕੀ ਕਹਿੰਦੇ, ਭਰੋਗੇ, ਜੋ ਵੀ ਚੀਜ਼ ਪ੍ਰੋਗਰਾਮ ਕਰੋਗੇ ਉਹਦੀ ਉਦਾਂ ਉਹ ਚੱਲੇਗਾ। ਲੇਕਿਨ ਅਸੀਂ ਹਿਊਮਨ ਬੀਇੰਗ ਆ, ਸਾਡੇ 'ਚ ਭਾਵ ਵੀ ਨੇ, ਸਾਡੇ ਇੰਸਟਿੰਕਟ ਨੇ ਸਾਡੇ, ਤੇ ਉਹ ਬੇਸ਼ੱਕ ਭਾਰੂ ਆ, ਉਹਦੇ ਵਿੱਚ ਕੀ ਕਹਿੰਦੇ ਜਿਹੜਾ ਬਦਲੇ ਦੀ ਭਾਵਨਾ ਭਾਰੀ ਆ, ਤਾਜ਼ਾ ਘਟਨਾ ਵਾਪਰੀ ਆ, ਤਾਂ ਉਹ ਕੁੜੀ ਵੱਲ ਖਿੱਚਿਆ ਜਾਂਦਾ ਪੁੱਤਰ ਤੇ ਉਹ ਉਹਦੇ ਵੱਲ ਪੜਦਾ, ਪਰ ਉਹ ਇਹ ਦੱਸਦਾ ਕਿ ਨਹੀਂ, ਮੈਨੂੰ ਇੱਧਰ ਨਹੀਂ, ਠੀਕ ਨਹੀਂ ਮੇਰੇ ਵਾਸਤੇ, ਭਾਵੇਂ ਕੁੜੀ ਖਿੱਚੀ ਜਾਂਦੀ। ਇਹਦਾ ਮਕਸਦ ਇਹੀ ਹੈ। ਜਦੋਂ ਉਹ ਜਾਣਦਾ ਹੈ ਕਿ ਮੈਂ ਉਸ ਕੁੜੀ ਦੇ ਨਾਲ ਅਗਰ ਰਹਿ ਰਹੀ ਹਾਂ ਲੇਕਿਨ ਮੈਨੂੰ ਅੰਤ ਚ ਤੇ ਮਨਾ ਕਰਨਾ, ਫਿਰ ਉਸ ਦਾ ਦਿਲ ਉਹ ਕਿਉਂ ਤੋੜਦਾ? ਉਹ ਦਿਲ ਤੋੜਨੇ ਦੀ ਇਹ ਵੀ ਉਹ ਬੜਾ ਓਨੈਸਟ ਰਹਿਣਾ ਚਾਹੁੰਦਾ ਉਹਦੇ ਪ੍ਰਤੀ ਕਿ ਇਹ ਗੱਲ ਬਣਨੀ ਨਹੀਂ ਆਪਣੀ, ਬੇਸ਼ੱਕ ਤੂੰ ਇਹਦੇ ਵੱਲ ਖਿੱਚੇਗੀ, ਮੈਂ ਤੇਰੇ ਵੱਲ ਖਿੱਚਿਆ ਗਿਆ, ਪਰ ਮੇਰੇ ਮਕਸਦ ਜਿਹੜੇ ਨੇ ਮੈਨੂੰ ਇਹ ਨਹੀਂ ਜਾਣਦੇ। ਉਹ ਓਨੈਸਟੀ ਦਿਖਾਉਂਦਾ ਉਹਨੂੰ ਆਪਦੀ, ਬਜਾਏ ਕਿਸੇ ਹਾਂਜੀ। ਇੱਥੇ ਮੈਂ ਮੰਨਦੀ ਹਾਂ ਉਹਨੇ ਓਨੈਸਟੀ ਦਿਖਾਈ। ਇਸ ਤੋਂ ਬਾਅਦ ਉਹ ਆਪਣੀ ਭੈਣ ਦੇ ਕੋਲ ਕੈਨੇਡਾ ਜਾਂਦਾ ਹੈ, ਉੱਥੇ ਜਾ ਕੇ ਫਿਰ ਉਹ ਇੱਕ ਔਰਤ ਦੇ ਸੰਪਰਕ ਵਿੱਚ ਆਉਂਦਾ। ਉੱਥੇ ਜਾ ਕੇ ਫਿਰ ਕਿਉਂ, ਜਦ ਕਿ ਉਹਨੂੰ ਪਤਾ ਹੈ ਕਿ ਮੈਂ ਪਿੱਛੇ ਇੱਕ ਨੂੰ ਇਸੇ ਉਹਦੇ ਵਿੱਚ ਛੱਡ ਕੇ ਆਇਆ, ਫਿਰ ਉਹ ਦੂਸਰੀ ਦੇ ਸੰਪਰਕ ਵਿੱਚ ਕਿਉਂ ਆ ਰਿਹਾ? ਕਿ ਉਹਦੀ ਮਾਨਸਿਕਤਾ ਤੇ ਨਹੀਂ ਇਹੋ ਜਿਹੀ ਸੀ? ਵੈਰੀ ਗੁੱਡ ਕੁਐਸਚਨ। ਹੁਣ ਇਹ ਆ ਕਿ ਤੁਸੀਂ ਦੇਖੋਗੇ ਉੱਥੇ ਵੀ ਉਹਦੇ ਨਾਲ ਕੋਈ ਜੁੜਦਾ ਨਹੀਂ ਹੈਗਾ, ਬਿਲਕੁਲ ਕੋਲੀਗਸ ਦੇ ਵਾਂਗੂ ਕੰਮ ਕਰਦੇ ਨੇ ਇੱਥੇ ਫੈਕਟਰੀ ਦੇ ਵਿੱਚ, ਜਿਹੜੀ ਕੰਪਨੀ ਆ, ਤੇ ਉਹ ਜੁੜਦਾ ਨਹੀਂ ਛੇਤੀ। ਕੁੜੀ ਜੁੜਦੀ ਹੈ ਥੋੜੀ ਜਿਹੀ, ਸ਼ਵਿੰਦਰ ਉਹਦਾ ਨਾਂ ਹੈ, ਉਹ ਥੋੜੀ ਜਿਹੀ ਜੁੜਦੀ ਹੈ, ਬਹੁਤ ਨਹੀਂ ਜੁੜਦੀ, ਪਰ ਲੇਕਿਨ ਗੱਲਾਂ ਕਰਨੀਆਂ ਬਹਿੰਦੇ ਨੇ, ਜੂਸ ਪੀ ਲਿਆ ਇਕੱਠਾ, ਤੇ ਹੌਲੀ ਜੋ ਹੈ ਨਾ ਉਹ ਉਹਦੇ ਕਰੀਬ ਜਾਂਦਾ। ਉਹਦੀ ਜਿਹੜੀ ਅੰਦਰਲੀ ਜਿਹੜੀ ਬਦਲੇ ਵਾਲੀ, ਉਹਨੂੰ ਭੈਣ ਗੱਲਾਂ ਕਰਕੇ ਤੋੜਨ ਦੀ ਕੋਸ਼ਿਸ਼ ਕਰਦੀ ਆ, ਤੇ ਉਹ ਨੇੜੇ ਆਉਂਦੀ ਜਾਂਦੀ ਆ। ਤੁਸੀਂ ਦੇਖੋਗੇ ਉਹੀ ਜਿਹੜੀ ਲੜਕੀ ਆ ਜਦੋਂ ਉਹਦੇ ਬਿਲਕੁਲ ਕਲੋਜ਼ ਆ ਜਾਂਦੀ, ਉਹਨੂੰ ਇਹ ਕਹਿੰਦੀ ਤਾਂ ਵੀ ਕਿ ਤੂੰ ਜਾ ਆਈ, ਤੂੰ ਬਦਲਾ ਲੈ ਆਈ, ਏਦਾਂ ਇਸ ਤਰੀਕੇ ਨਾਲ ਆਉਂਦੀ। ਉਹ ਡਾਇਰੈਕਟ ਨਹੀਂ ਵੀ ਮਿਲਿਆ। ਬਾਅਦ ਵਿੱਚ ਉਹੀ ਲੜਕੀ ਉਸ ਤੋਂ ਦੂਰ ਵੀ ਹੋ ਰਹੀ ਹੈ। ਜਦੋਂ ਉਹ ਕਹਿੰਦਾ ਕਿ ਮੈਂ ਜਾ ਕੇ ਆਪਣੇ ਤਾਏ ਦਾ ਖੂਨ ਕਰਨਾ, ਤੇ ਉਹ ਕੁੜੀ ਉਹਦੇ ਤੋਂ ਪਰੇ ਹੋ ਜਾਂਦੀ ਹੈ, ਉਹਨੂੰ ਛੱਡ ਦਿੰਦੀ ਹੈ, ਉਹਦੇ ਤੋਂ ਘਬਰਾ ਜਾਂਦੀ ਹੈ। ਅੱਛਾ, ਇਹ ਤੇ ਕੋਈ ਸ਼ਾਇਦ ਖੁਦ ਹੀ ਹੋ ਸਕਦਾ। ਨਹੀਂ, ਐਕਚੁਅਲੀ ਉਹ ਛੱਡਦੀ ਕਿਤੇ ਵੀ ਨਹੀਂ ਉਹਨੂੰ। ਉਹਨੂੰ ਜਦੋਂ ਤੱਕ ਵਿਆਹ ਹੋਣ ਤੱਕ ਤੋਂ ਕਹੀ ਜਾਂਦੇ ਕੋਈ ਨਹੀਂ, ਤੂੰ ਜਾਏ, ਕੋਈ ਗੱਲ ਨਹੀਂ, ਤੂੰ ਜਿਹੜੇ ਤੇਰੇ ਦਿਲ ਦੀ ਇਹੀ ਇੱਛਾ ਤੂੰ ਕਰ ਲਈ, ਆ ਮੌਕੇ ਵੀ ਦਿੱਤਾ ਹੈ। ਲੇਕਿਨ ਉਹ ਤੋਂ ਬਾਅਦ ਜਦੋਂ ਬੱਚੀਆਂ ਹੁੰਦੀਆਂ ਉਹਦੇ ਨਾਲ ਜੀ, ਉਦੋਂ ਫਿਰ ਉਹ ਥੋੜਾ ਜਿਹਾ ਇੰਟਰੈਕਟਰੀ, ਉਹ ਕਹਿੰਦੀ ਹੈ ਵੀ ਇਹਨਾਂ ਦਾ ਕੀ ਬਣੂ, ਜਾ ਚੱਲ ਕੋਈ ਨਾ, ਤੂੰ ਜਾ, ਪਰ ਇਹਨਾਂ ਦਾ ਕੀ। ਹੁਣ ਹੌਲੀ ਉਹਨੂੰ ਇਹ ਕਹਿ ਰਹੀ ਹੈ ਵੀ ਜ਼ਿੰਮੇਵਾਰੀ ਇੱਧਰ ਵੀ, ਇਹ ਵੀ ਦੇਖ ਲਾ। ਮਤਲਬ ਉਹਨੇ ਇੰਨਾ ਲੰਬਾ ਸਫ਼ਰ ਜ਼ਿੰਦਗੀ ਦਾ, ਉਹਦੇ ਬਾਅਦ ਉਹਦਾ ਵਿਆਹ ਵੀ ਹੋ ਗਿਆ, ਬੱਚੇ ਵੀ ਹੋ ਗਏ, ਹੁਣ ਬੱਚਿਆਂ ਦੀ ਜ਼ਿੰਮੇਵਾਰੀਆਂ ਵੀ ਹੋ ਗਈਆਂ, ਲੇਕਿਨ ਉਹਦੇ ਅੰਦਰ ਦੀ ਜਿਹੜੀ ਸੁਲਗਦੀ ਅੱਗ ਸੀ ਉਹ ਕਦੀ ਵੀ ਮਤਲਬ ਖਤਮ ਨਹੀਂ ਹੋਈ। ਇਸ ਤੋਂ ਇਲਾਵਾ ਇੱਕ ਵਾਰ ਪੰਜਾਬ ਵਾਪਸ ਵੀ ਆਇਆ ਸੀ, ਜਿੱਥੇ ਉਹਨੇ ਕਿਸੇ ਨੂੰ ਉਹਨਾਂ ਦੀ ਸੁਪਾਰੀ ਵੀ ਦਿੱਤੀ ਸੀ ਕਿ ਮੇਰੇ ਤਾਏ ਨੂੰ ਮਾਰ ਦੇ, ਜੋ ਉਹ ਕਾਮਯਾਬ ਨਹੀਂ ਹੋ ਸਕਿਆ। ਸੋ ਇੰਨੇ ਸਾਲ ਤੱਕ ਉਹਦੇ ਅੰਦਰ ਦੀ ਇਹ ਅੱਗ ਖਤਮ ਵੀ ਨਹੀਂ ਹੋਈ ਔਰ ਉਹ ਕਰ ਵੀ ਨਹੀਂ ਸਕਿਆ। ਮੈਂ ਅਗਰ ਆਪਣੇ ਉੱਤੇ ਇਹ ਚੀਜ਼ ਲੈ ਕੇ ਚੱਲਾਂ ਤੇ ਮੈਂ ਇਹ ਸੋਚਾਂਗੀ ਕਿ ਮੈਂ ਜਾ ਕੇ ਉਹਨੂੰ ਖਤਮ ਕਰ ਦੇਵਾਂ। ਮੈਨੂੰ 14 ਸਾਲ ਦੀ ਅਗਰ ਕੈਦ ਹੁੰਦੀ ਹੈ ਤੇ ਮੈਨੂੰ ਮਨਜ਼ੂਰ ਹੈ, ਲੇਕਿਨ ਇਸ ਕਿਰਦਾਰ ਨੇ ਜ਼ਿੰਦਗੀ ਦੇ ਵਿੱਚ ਪੈ ਕੇ ਉਹਨੇ ਉੱਥੋਂ ਸ਼ਾਇਦ ਮੇਰੇ ਖਿਆਲ 20 ਸਾਲ ਬਿਤਾ ਦਿੱਤੇ ਨੇ, ਤੇ ਉਸ ਤੋਂ ਬਾਅਦ ਜਦੋਂ ਉਹ ਪੰਜਾਬ ਮੁੜ ਕੇ ਆ ਰਿਹਾ, ਹੁਣ ਆਪਣੇ ਤਾਏ ਨੂੰ ਜਦੋਂ ਚਪੇੜ ਮਾਰਦਾ ਤਾਂ ਕਹਿੰਦਾ ਮਰੇ ਨੂੰ ਕੀ ਮਾਰੇਗਾ। ਮਤਲਬ ਇੱਥੇ ਮੈਨੂੰ ਸਮਝ ਨਹੀਂ ਆਈ ਕਿ ਉਹਦੀ ਅੱਗ ਕੀ ਉਸ ਇੱਕ ਚਪੇੜ ਦੇ ਨਾਲ ਬੁਝ ਗਈ। ਹਾਂ, ਦੇਖੋ, ਬਹੁਤ ਵੈਰੀ ਗੁੱਡ ਕੁਐਸਚਨ। ਮੈਂ ਮਤਲਬ ਆਈ ਵੁੱਡ ਲਾਈਕ ਟੂ ਆਨਸਰ ਇਟ। ਥੋੜੀ ਜੀ ਸਾਨੂੰ ਕੀ ਕਰਨਾ ਪੈਣਾ, ਸਾਨੂੰ ਪਿੱਛੇ ਇੰਸਟਿੰਕਟ ਵੱਲ ਜਾਣਾ ਚਾਹੁੰਦਾ। ਇਹ ਸਾਡੇ ਚ ਜਿਹੜੇ ਇੰਸਟਿੰਕਟ ਨੇ ਨਾ, ਬਦਲੇ ਵਾਲਾ ਇੰਸਟਿੰਕਟ, ਗੁੱਸਾ ਜਿਹੜਾ ਜਿਹਨੂੰ ਕਹਿੰਦੇ ਗੁੱਸਾ ਜਿਹੜਾ ਹੈ, ਤੇ ਇਹ ਜਿਹੜੇ ਇੰਸਟਿੰਕਟ ਇਨ ਦ ਬਿਗਨਿੰਗ ਬਹੁਤ ਸਟਰੋਂਗ ਹੁੰਦੇ ਨੇ, ਲੇਕਿਨ ਵਕਤ ਨਾਲ ਇਹ ਨਾ ਢਿੱਲੇ ਹੁੰਦੇ ਪੈਂਦੇ ਨੇ। ਤੁਸੀਂ ਦੇਖੋ, ਪਹਿਲੀ ਵਾਰ ਤੁਹਾਨੂੰ ਕੋਈ ਕੁਛ ਕਹਿੰਦਾ, ਤੁਹਾਨੂੰ ਇੰਨਾ ਗੁੱਸਾ ਹੁੰਦਾ ਕਿ ਤੁਸੀਂ ਕੁਛ ਵੀ ਕਰ ਸਕਦੇ ਹੋ, ਲੇਕਿਨ ਮਹੀਨੇ, 2 ਮਹੀਨੇ, 6 ਮਹੀਨੇ, ਸਾਲ ਬਾਅਦ ਗੱਲ ਇੰਨੀ ਨਹੀਂ। ਤੁਸੀਂ ਆਮ ਕੱਲ ਮੈਨੇ ਇਹ ਕਿਹਾ, ਮੇਰਾ ਦਿਲ ਇਹ ਕਰਦਾ ਸੀ ਪਰ ਮੈਂ ਕਰਿਆ ਨਹੀਂ, ਆਹ ਸੋਚ ਗਿਆ।
ਸੋ ਉਹ ਗੱਲ ਕਿ ਅਸਲ 'ਚ ਫਰਕ ਪੈ ਗਿਆ ਟਾਈਮ ਦੇ ਨਾਲ। ਵੱਖ-ਵੱਖ ਇੰਸਟਿੰਕਟ ਜਿਹੜਾ ਡਾਈ ਤਾਂ ਨਹੀਂ ਹੋਇਆ, ਕੀ ਉਹ ਕਮਜ਼ੋਰ ਹੋ ਗਿਆ। ਉਸੇ ਦੌਰਾਨ ਉਹ ਜਾਂਦਾ ਹੈ, ਉਹ ਜਦੋਂ ਵੀ ਤੁਰਦਾ ਫਿਰ ਜਿਸ ਤਰੀਕੇ ਨਾਲ ਉਹਨੂੰ ਪਾ ਦਿੱਤਾ ਜਾਂਦਾ ਹੈ, ਕੁੜੀ ਸ਼ਵਿੰਦਰ ਦੇ ਨਾਲ ਲੱਗਦਾ ਹੈ, ਉਦੋਂ ਵਿਆਹ ਹੁੰਦਾ, ਬੱਚੇ ਹੋ ਜਾਣੇ ਆ, ਉਹ ਵਾਲੀ ਜਾਣੀ ਗੱਲਾਂ ਸੁਣਦਾ। ਉਹ ਜਿਸ ਤਰ੍ਹਾਂ ਇੱਕ ਉਹ ਦੂਸਰੀ ਮਰੀਨ ਆ, ਉਹ ਮਿਲਦੀ ਆ, ਉਹ ਦੇਖਦੀ ਹੈ, ਕਹਿੰਦੇ ਮੇਰਾ ਮੁੰਡਾ ਮਾਰਿਆ ਸੀ, ਉਹ ਦੱਸਦੀ ਮੇਰਾ ਮੁੰਡਾ ਉਹ ਜਿਹਨੇ ਮਾਰਿਆ ਸੀ ਉਹ ਮਿਲਦਾ ਉਹਨੂੰ। ਉਹ ਜਿਹੜੀ ਸਟੋਰੀ ਹੈ ਉਹ ਸਿਰਫ ਉਹ ਇਹੀ ਕੌਣ ਬਾਤ ਹੈ ਕਿ ਐਵਰੀਥਿੰਗ ਜਿਹੜਾ ਹਿੰਦੀ ਰਿਵੈਂਜ ਨਹੀਂ ਹੁੰਦਾ ਲਾਈਫ ਦੇ ਵਿੱਚ। ਵੈਸਟਰਨ ਵਾਲੇ ਲੋਕ ਇਹ ਚੀਜ਼ਾਂ ਨੂੰ ਕਾਨੂੰਨ ਤੇ ਛੱਡ ਦਿੰਦੇ ਨੇ, ਕਿਉਂਕਿ ਕਾਨੂੰਨ ਉਹਨਾਂ ਦਾ ਸਾਡੇ ਕਾਨੂੰਨ ਨਾਲ ਬਹੁਤ ਬਿਹਤਰ ਹੈ, ਤੇ ਸਾਡੇ ਪੈਸੇ ਪੂਸੇ ਦੇ ਕੇ ਫਿਰ ਛੁੱਟ ਕੇ ਬਾਹਰ ਆ ਜਾਂਦੇ ਨੇ, ਠੀਕ ਹੈ ਨਾ। ਪਰ ਉੱਥੇ ਉਹ ਜਿਹੜਾ ਉਹ ਇਹੀ ਪ੍ਰਭਾਵ ਪਾਉਂਦੀ ਵੀ ਐਡੀ ਵੱਡੀ ਕਾਹਦੇ ਲੱਗੀ ਬੈਠਾ ਤੇ ਦਿਮਾਗ ਦੇ। ਇਹਦੇ ਨਾਲ ਕੀ ਹੋਇਆ, ਉਹਦਾ ਜਿਹੜੀ ਬਦਲੇ ਦੀ ਭਾਵਨਾ ਮਰੀ ਨਹੀਂ ਕਿਤੇ ਵੀ, ਕਦੇ ਨਹੀਂ ਮਰਦੀ, ਲੇਕਿਨ ਉਹ ਬਹੁਤ ਕਮਜ਼ੋਰ ਹੋ ਜਾਂਦੀ ਹੈ। ਜਦੋਂ ਉਹਨੇ ਕਿਹਾ ਕਿ ਮੈਨੂੰ ਮਿਲਾ ਦਿਓ, ਉਹਨਾਂ ਨੇ ਇਹ ਕਿਹਾ ਸੀ ਤੂੰ ਨਹੀਂ, ਮਤਲਬ ਤੂੰ, ਉਹਨਾਂ ਨੂੰ ਨਹੀਂ ਸੀ ਪਤਾ ਪੈ ਜਾਏਗਾ, ਵੈਸੇ ਮਿਲਾਉਣਾ ਸੀਗਾ, ਲੇਕਿਨ ਉਹ ਘਟਿਆ ਹੋਇਆ ਸੀਗਾ, ਤੇ ਘਟਣ ਨਾਲ ਜਦੋਂ ਰੁਕ ਨਹੀਂ ਹੋਇਆ, ਇੱਕ ਵਾਰ ਤੋਂ ਭੱਜਿਆ ਗਿਆ ਥੱਪੜ ਮਾਰ ਕੇ, ਫਿਰ ਉਹ ਖਿੱਚ ਕੇ ਲੈ ਗਿਆ। ਇਹ ਦੇਖਿਓ ਵੀ ਇਹ ਨੋਟ ਕਰਨੇ, ਖਿੱਚ ਕੇ ਲੈ ਗਏ ਇਹਨੂੰ ਜਿਨ੍ਹਾਂ ਦੇ ਘਰ ਗਿਆ ਸੀ। ਸੋ ਇਹ ਸੀ ਇੱਥੇ ਉਹ ਜਿਹੜੀ ਉਹਦੀ ਮਤਲਬ ਉਹਨੇ ਆਪਣੇ ਅੰਦਰ ਦੀ ਅੱਗ ਉਹ ਚਪੇੜ ਮਾਰ ਕੇ ਜਿਹੜੀ ਸੀ ਉਹ ਜਿੱਥੇ ਤੱਕ ਕੱਢ ਸਕਦਾ ਸੀ, ਉਸ ਤੇ ਇੱਕ ਚਪੇੜ ਦੇ ਨਾਲ ਅੰਤ ਵਿੱਚ ਜਦੋਂ ਉਹਦਾ ਤਾਇਆ ਬਹੁਤ ਬਜ਼ੁਰਗ ਹੋ ਚੁੱਕਾ ਸੀ। ਬਿਲਕੁਲ ਜੀ, ਅੱਗ ਸੁਣ ਨਹੀਂ ਰਹੀ, ਬਲੀ ਨਹੀਂ ਜੀ। ਜੀ ਹੁਣ ਅਸੀਂ ਚੱਲਦੇ ਹਾਂ ਤੁਹਾਡੇ ਅਗਲੇ ਨਾਵਲ ਵੱਲ। ਉਹ ਨਾਵਲ ਹੈ ਪਾਰ ਬਣਾਏ ਆਲਣੇ। ਹਾਂਜੀ, ਇਸ ਦਾ ਤੁਹਾਡਾ ਜਿਹੜਾ ਲੜੀਵਾਰ ਪੰਜਾਬੀ ਟ੍ਰਿਬਿਊਨ ਵਿੱਚ ਵੀ ਇਹ ਤੁਹਾਡਾ ਛਪਦਾ ਰਿਹਾ। ਇਸ ਦੇ ਹੁਣ ਮੈਂ ਮੁੱਖ ਪਾਤਰ ਦੀ ਗੱਲ ਕਰਾਂਗੀ, ਜਿਹੜੀ ਇੱਥੇ ਵਾਈਫ ਹੈਗੀ ਉਹਦੀ ਕੈਟ, ਤੇ ਉਹਦਾ ਪੁੱਤਰ ਜਿਹੜਾ ਪਰਮਪ੍ਰੀਤ। ਜਦੋਂ ਉਹ ਆਪਣੇ ਬੀਵੀ ਤੇ ਬੱਚਿਆਂ ਨੂੰ ਛੱਡ ਕੇ ਏਅਰਪੋਰਟ ਵੱਲ ਵੱਧ ਰਿਹਾ, ਤੇ ਜਾਂਦੇ ਜਾਂਦੇ ਉਹ ਇਹ ਸੋਚ ਰਿਹਾ ਕਿ ਮੇਰੇ ਪਿਓ ਨੇ ਮੈਨੂੰ 30,000 ਰੁਪਇਆ ਉਸ ਪੁਰਾਣੇ ਜਿਹੇ ਝੋਲੇ ਦੇ ਵਿੱਚੋਂ ਕੱਢ ਕੇ ਕਿਵੇਂ ਦਿੱਤਾ ਸੀ, ਉਸ ਨੂੰ ਸੋਚਦਾ ਹੋਇਆ ਹੁਣ ਉਹ ਅੱਗੇ ਵੱਲ ਵੱਧ ਰਿਹਾ। ਜਦੋਂ ਉਹ ਪਹਿਲੀ ਵਾਰ ਆਇਆ ਸੀ, ਉਹ ਸ਼ਿਪ ਦੇ ਵਿੱਚ ਕੰਮ ਕਰਦਾ ਸੀ। ਸ਼ਿਪ ਦੇ ਵਿੱਚੋਂ ਜਦੋਂ ਉਹ ਪਹਿਲੀ ਵਾਰ ਉੱਥੇ ਆ ਕੇ ਅਮਰੀਕਾ ਦੇ ਵਿੱਚ ਉਤਰਿਆ, ਉੱਥੇ ਬੀਚ ਤੇ ਗਿਆ। ਮੈਂ ਪਹਿਲਾਂ ਇੱਥੇ ਉਹਦਾ ਬਿਰਤਾਂਤ ਲੈਣਾ ਚਾਹਾਂਗੀ। ਜਦੋਂ ਬੀਚ ਤੇ ਗਿਆ ਤੇ ਉੱਥੇ ਇੱਕ ਅੰਗਰੇਜ਼ ਨੇ ਉਹਨੂੰ ਆ ਕੇ ਪੁੱਛਿਆ ਕਿ ਤੂੰ ਕੌਣ ਹੈ, ਤੇਰਾ ਨਾਮ ਕੀ ਹੈ, ਕਿ ਮੇਰੇ ਨਾਲ ਚੱਲੇਗਾ। ਇੱਥੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਜਿਹੜੀ ਘਟਨਾ ਹੈ ਬੜੀ ਇੰਪੋਰਟੈਂਟ ਹੈ ਐਕਚੁਅਲੀ, ਕਿਉਂਕਿ ਐਂਡ ਵਿੱਚ ਉਹਨੂੰ ਏਡਜ਼ ਹੁੰਦੀ ਆ। ਉਹਨਾਂ ਦਿਨਾਂ ਦੇ ਵਿੱਚ ਜਿਹੜੀ ਹੋਮੋਸੈਕਸੁਅਲ ਜਿਹੜੇ ਲੋਕ ਸੀ, ਉਹਨਾਂ ਨੇ ਜ਼ਿਆਦਾ ਫੈਲਾਈ ਹੈ ਇਹ ਜਰਮਨੀ ਵੱਲ ਇਹਨਾਂ ਚੀਜ਼ਾਂ। ਜਦੋਂ ਜੇ ਉਹਨਾਂ ਦਿਨਾਂ ਦੀ ਹਿਸਟਰੀ ਪੜ੍ਹੀਏ ਤਾਂ ਇਹੀ ਲੱਭਦਾ ਉਹਦੇ ਚੋਂ। ਤੇ ਉਹ ਨਾ ਜੇ ਲੋਕਾਂ ਦੇ ਨਾਲ ਦਾ ਜਾਣਾ, ਉਹ ਤੋਂ ਬਾਅਦ ਦਾ ਘੁੰਮਣਾ ਫਿਰਨਾ ਬਿਨਾਂ ਝਿਜਕ ਤੋਂ, ਇਸ ਕਾਮ ਦੀ ਤ੍ਰਿਪਤੀ ਕਰਦੇ ਰਹਿਣਾ, ਤੇ ਉਦੋਂ ਬਾਅਦ ਜਦੋਂ ਦਾ ਜਿਹੜਾ ਹੁੰਦਾ ਉਹਨੂੰ ਏਡਜ਼ ਹੁੰਦੀ, ਜਿਹਦੇ ਕਰਕੇ ਵਾਪਸ ਪਰਤਣਾ ਚਾਹੁੰਦਾ ਆਪਣੀ ਧਰਤੀ ਮਾਂ ਤੇ ਉਹਦੇ ਨਾਲ ਰਿਲੇਟਡ ਹੈ ਘਟਨਾ। ਕਿ ਉਹ ਇਸ ਤਰੀਕੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਬੀਚਿਸ ਦੇ ਉੱਤੇ ਇਹੋ ਜਿਹੇ ਲੋਕ ਆਮ ਮਿਲਦੇ ਨੇ? ਸਾਡੇ ਬੱਚੇ ਵੀ ਜਿਹੜੇ ਹਿੰਦੁਸਤਾਨ ਤੋਂ ਉੱਥੇ ਜਾਂਦੇ ਨੇ, ਸ਼ਾਇਦ ਉਹਨਾਂ ਨੂੰ ਵੀ ਇਸ ਚੀਜ਼ ਤੋਂ ਸਿੱਖਣਾ ਚਾਹੀਦਾ ਹੈ ਕਿ ਉੱਥੇ ਦੇ ਜਿਹੜੇ ਲੋਕ ਨੇ ਉਹਨੂੰ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰਵੋਕ ਕਰਨਗੇ ਕਿ ਤੁਹਾਡੇ ਨਾਲ, ਤੁਸੀਂ ਉਹਨਾਂ ਦੇ ਨਾਲ ਜਾਓ, ਤੇ ਉਹ ਤੁਹਾਨੂੰ ਫਿਰ ਗਲਤ ਮੂਵੀਜ਼ ਦਿਖਾਉਂਦੇ ਨੇ ਤੇ ਆਪਣੀ ਤਰਫ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੇ ਸਾਡੇ ਵੀ ਬੱਚਿਆਂ ਨੂੰ ਜਿਹੜਾ ਹੈਗਾ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਬਚ ਕੇ ਰਹਿਣਾ ਚਾਹੀਦਾ ਹੈ। ਹਾਂ ਬਿਲਕੁਲ, ਮੈਂ ਐਗਰੀ ਕਰਦਾ, ਬਿਲਕੁਲ ਤੁਸੀਂ ਸਹੀ ਕਿਹਾ। ਆਮ ਨਹੀਂ ਮੈਂ ਕਹਿ ਸਕਦਾ, ਪਰ ਹੈਗੇ। ਤੇ ਏਦਾਂ ਯੂਰਪ ਦੇ ਵਿੱਚ ਪਾਰਕਾਂ ਦੇ ਵਿੱਚ ਇਹਨਾਂ ਚੀਜ਼ਾਂ ਤੇ ਏਦਾਂ ਦੇ ਲੋਕ ਮਿਲ ਜਾਂਦੇ ਨੇ, ਤੇ ਜਿਨ੍ਹਾਂ ਦਾ ਮਕਸਦ ਇਹੀ ਹੁੰਦਾ, ਟਾਰਗੇਟ ਉਹਨਾਂ ਦਾ ਇਹੀ ਹੁੰਦਾ। ਤੇ ਉਹ ਬਿਲਕੁਲ ਸਹੀ ਕਿਹਾ ਤੁਸੀਂ ਕਿ ਮਤਲਬ ਜੋ ਵੀ ਹੈ ਬੱਚੇ ਜੋ ਵੀ ਬੰਦੇ ਨੇ ਸ਼ੁਡ ਬੀ ਵੈਰੀ ਕੇਅਰਫੁਲ। ਜੀ। ਇਸ ਤੋਂ ਬਾਅਦ ਜਿਹੜਾ ਇੱਕ ਕਿਰਦਾਰ ਹੈਗਾ ਉੱਥੋਂ ਦੀ ਅੱਗੇ ਜਾਂਦਾ ਹੈ, ਫਿਰ ਕਿਸੇ ਔਰਤ ਦੇ ਸੰਪਰਕ ਦੇ ਵਿੱਚ ਆਉਂਦਾ ਹੈ। ਜਦੋਂ ਬਾਅਦ ਵਿੱਚ ਉਹ ਔਰਤ ਉਸਨੂੰ ਮਨਾ ਕਰ ਦਿੰਦੀ ਹੈ ਕਿ ਮੈਂ ਤੇ ਆਪਣੇ ਕਿਸੇ ਦੋਸਤ ਹੋਰ ਦੇ ਨਾਲ ਵਿਆਹ ਕਰ ਲਿਆ, ਕਿਉਂਕਿ ਇਹ ਸ਼ਿਪ 'ਚ ਨੌਕਰੀ ਕਰਦਾ ਹੈ ਤੇ ਉੱਥੋਂ ਅੱਕ ਚੁੱਕਾ ਹੁੰਦਾ ਹੈ, ਉੱਥੋਂ ਦੀ ਨਿਰਾਸ਼ ਹੁੰਦਾ ਹੈ, ਤੇ ਫਿਰ ਕਿਸੇ ਦੋਸਤ ਦੇ ਸੰਪਰਕ 'ਚ ਆਉਂਦਾ ਹੈ। ਉਹਨੂੰ ਕਹਿੰਦਾ ਹੈਗਾ ਕਿ ਮੈਨੂੰ ਕਿਸੇ ਕੁੜੀ ਨੂੰ ਮਿਲਾ ਦੇ ਤਾਂ ਕਿ ਤੂੰ ਤੇ ਵਿਆਹ ਕੀਤਾ, ਮੈਂ ਵੀ ਵਿਆਹ ਕਰ ਲਾਂ। ਤੇ ਫਿਰ ਇਹ ਉਸ ਕੈਟ ਦੇ ਨਾਲ ਵਿਆਹ ਕਰਦਾ ਹੈ, ਜਦ ਕਿ ਉਹ ਬਿਲਕੁਲ ਨਾ ਤੇ ਇਸਦੇ ਧਰਮ ਦੀ ਏ,
ਨਾ ਉਹ ਇਸ ਦੀਆਂ ਚੀਜ਼ਾਂ ਨੂੰ ਸਮਝਦੀ ਏ। ਉਹ ਅੱਗੇ ਜਾ ਕੇ ਇਹ ਵੀ ਕਹਿੰਦੀ ਹੈ ਕਿ तुम हिंदुस्तानी तो हो ही ऐसे, तुम्हें तो सिर्फ पैसा जमा करना आता है, ਤੇ ਤੁਸੀਂ ਤਾਂ ਸਿਰਫ ਪੈਸਾ ਜਮਾ ਕਰਨਾ ਹੈ, ਤੁਹਾਨੂੰ ਖਰਚਣਾ ਨਹੀਂ ਆਉਂਦਾ। ਕਿਉਂਕਿ ਉਹ ਸਾਰਾ ਦਿਨ ਹਰ ਸ਼ਾਮ ਨੂੰ ਬਾਹਰ ਦੀ ਰੋਟੀ ਖਾਣੀ ਚਾਹੁੰਦੀ ਹੈ, ਲੇਕਿਨ ਉਹ ਜਿਹੜਾ ਉਹ ਪੈਸਾ ਬਚਾਉਣਾ ਚਾਹੁੰਦਾ ਹੈ ਕਿਉਂਕਿ ਉਸਨੇ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ ਹੈ। ਇਹ ਦੋਨਾਂ ਦਾ ਤਾਲਮੇਲ ਕਿਵੇਂ ਰਿਹਾ? ਇਹ ਗੱਲ ਇਹ ਹੈ ਕਿ ਜਿਹੜੇ ਉਧਰ ਦੇ ਲੋਕ ਨੇ ਉਹ ਲਾਈਫ ਨੂੰ ਜਿਉਣਾ ਚਾਹੁੰਦੇ ਨੇ। ਜਿਹੜਾ ਜਿਵੇਂ ਅਸੀਂ ਪਲਾਨ ਕਰਦੇ ਹਾਂ ਲਾਈਫ ਨੂੰ ਥੋੜੀ ਜਿਹੀ, ਅਸੀਂ ਕਹਿੰਦੇ ਵੀ ਸਾਡੀ ਜੋ ਅਸੀਂ ਕਮਾਉਣੇ ਥੋੜੀ ਸੇਵਿੰਗ ਵੀ ਹੋਣੀ ਚਾਹੀਦੀ ਆ, ਤੇ ਉਹ ਸੇਵਿੰਗ ਘੱਟ ਕਰਦੇ ਨੇ, ਜ਼ਿਆਦਾ ਡੈਟ 'ਚ ਰਹਿੰਦੇ ਨੇ, ਲੇਕਿਨ ਇੰਜੋਏ ਕਰਦੇ ਨੇ ਲਾਈਫ ਨੂੰ। ਸੋ ਉਹ ਇੱਕ ਵੱਖਰੀ ਕਿਸਮ ਦੀ ਮਤਲਬ ਦੀ ਸੋਚ ਆ, ਤੇ ਇਹਦੀ ਵੱਖਰੀ, ਕਿਉਂਕਿ ਦੋਨੋਂ ਵੱਖਰੇ ਸੱਭਿਆਚਾਰ ਤੋਂ ਇਕੱਠੇ ਹੁੰਦੇ ਨੇ, ਲੇਕਿਨ ਉਹ ਇੱਕ ਦੂਜੇ ਨੂੰ ਮਿਲਦੇ ਨੇ, ਗੱਲ ਬਣਦੀ ਆ ਉਹਨਾਂ ਦੀ, ਚਲੋ ਚੱਲਦੀ ਆ। ਪਰ ਜਦੋਂ ਇਕੱਠੇ ਰਹਿਣੇ ਸ਼ੁਰੂ ਕਰਦੇ ਨੇ ਫਿਰ ਇਹ ਚੀਜ਼ਾਂ ਜਿਹੜੀ ਕੰਟਰਾਡਿਕਸ਼ਨ ਵੱਡੀਆਂ ਹੋ ਕੇ ਸਾਹਮਣੇ ਆ ਜਾਂਦੀਆਂ ਨੇ, ਤੇ ਬੱਚਾ ਵੀ ਹੋ ਜਾਂਦਾ ਲੇਕਿਨ ਇੰਨੀ ਬਣਦੀ ਨਹੀਂ ਉਹਨਾਂ ਦੀ, ਫਿਰ ਉਹ ਟੁੱਟਣਾ ਸ਼ੁਰੂ ਹੋ ਜਾਂਦੇ ਨੇ। ਲਾਮੇ ਕੱਸਦੀ ਹੈ ਵੀ ਤੁਸੀਂ ਇਹੀ ਕੁਛ ਕਰਨੇ, ਪੈਸੇ ਪੈਸੇ, ਤੇ ਉਹ ਤਾਂ ਇਸ ਤਰ੍ਹਾਂ ਦੇ ਲਾਮੇ ਕੱਸਦੀ ਹੈ। ਜ਼ਿਆਦਾਤਰ ਇਹ ਹੁੰਦਾ ਸਾਡੇ ਲੋਕਾਂ ਦੇ ਵਿੱਚ ਵੀ, ਅਸੀਂ ਲੋਕ ਸਾਡੇ ਜਿਹੜੇ ਉੱਧਰ ਦੇ ਲੋਕ ਨੇ ਉਹ ਕਾਫੀ ਜਿਹੜੀ ਨਾ ਜ਼ਿਆਦਾ ਕੁਛ ਜ਼ਿਆਦਾ ਪੈਸੇ ਵੱਲ ਹੋ ਜਾਂਦੇ ਨੇ। ਚਲੋ ਇਹ ਅਸੀਂ ਸਤਵੰਤ ਨੂੰ ਸਮਝ ਲੈਂਦੇ ਕਿ ਆਪਣੇ ਪਿੱਛੇ ਪਿਛੋਕਾ ਦੇ ਕੇ ਆ, ਲੇਕਿਨ ਕਈ ਪਿਛੋਕੇ ਤੋਂ ਬਿਨਾਂ ਵੀ ਠੀਕ ਖਾਂਦੇ ਪੀਂਦੇ ਜਾਂਦੇ ਨੇ, ਉਹ ਵੀ ਮਗਰ ਪੈਸੇ ਦੇ ਪੈ ਜਾਂਦੇ ਨੇ। ਇਹ ਸ਼ੋਅ ਕਰ ਚੁੱਕੇ ਨੇ ਕਿ ਏਦਾਂ ਦੇ ਅਸੀਂ ਹੈ। ਪੈਸਾ ਬਚਾਉਣਾ ਕੋਈ ਗਲਤ ਗੱਲ ਤੇ ਨਹੀਂ ਹੈ, ਉਹ ਇੱਕ ਸਿਸਟਮ ਦੇ ਤਰੀਕੇ ਦੇ ਨਾਲ ਚੱਲਣਾ ਚਾਹੁੰਦਾ ਹੈ, ਤੇ ਉਹਦੇ ਵਿੱਚ ਕੋਈ ਬੁਰਾਈ ਨਹੀਂ ਹੈ ਇੱਥੇ। ਨਹੀਂ, ਉਹਦੀ ਬੁਰਾਈ ਬਿਲਕੁਲ ਨਹੀਂ ਹੈ, ਉਹ ਆਪਣੇ ਉਹਦੇ ਮੁਤਾਬਕ ਸੋਚਦਾ। ਪਰ ਪੁਆਇੰਟ ਇਹ ਹੈ, ਉਹ ਜਿਹੜੀ ਕੇਟ ਕਹਿਣਾ ਚਾਹੁੰਦੀ ਆ ਕਿ ਹੋਰ ਲਾਈਫ ਦੀ ਹੋਰ ਵੀ ਹੈ ਹਿੱਸਾ, ਸਿਰਫ ਪੈਸੇ ਜੋੜਨੇ ਹੀ ਤਾਂ ਨਹੀਂ। ਅਸੀਂ ਪੈਸੇ ਹੀ ਜੋੜਾਂ, ਅਸੀਂ ਘੁੰਮਣਾ ਨਹੀਂ ਕਿਤੇ, ਅਸੀਂ ਬੱਚੇ ਲੈ ਕੇ ਉੱਥੇ ਨਹੀਂ ਜਾਣਾ, ਆਹ ਨਹੀਂ ਕਰਨਾ, ਅਸੀਂ ਇਹ ਕਰਨਾ। ਉਹ ਜਿਹੜੀਆਂ ਚੀਜ਼ਾਂ ਜਿਹਨਾਂ ਤੋਂ ਉਹ ਮਤਲਬ ਇੰਟਰਸਟ ਨਹੀਂ ਲੈਂਦੇ, ਉਹਦੇ ਬਾਰੇ ਉਹ ਮਿਹਣੇ ਮਾਰਦੇ। ਜੀ, ਹੁਣ ਇਸ ਤੋਂ ਬਾਅਦ ਹੈ ਉਹ ਇੱਕ ਉੱਥੇ ਬਿਜ਼ਨਸ ਸਟਾਰਟ ਕਰਦਾ ਹੈ ਆਪਣੇ ਦੋਸਤ ਦੇ ਨਾਲ। ਉਸ ਤੋਂ ਬਾਅਦ ਉਹਦੀ ਵਾਈਫ ਨੂੰ ਇਹ ਪਤਾ ਲੱਗਦਾ, ਵਾਈਫ ਨੂੰ ਬਾਅਦ ਵਿੱਚ ਪਤਾ ਲੱਗਦਾ, ਇਹਨੂੰ ਇੱਕ ਰਿਪੋਰਟ ਤੋਂ ਇਹ ਪਤਾ ਲੱਗਦਾ ਹੈ ਕਿ ਇਹਨੂੰ ਏਡਸ ਦੀ ਪ੍ਰੋਬਲਮ ਹੋ ਸਕਦੀ ਹੈ, ਜਦਕਿ ਕਿਹਾ ਗਿਆ ਕਿ ਤੇਰਾ ਹਜੇ ਦੂਜਾ ਟੈਸਟ ਹੋਣਾ ਹੈ। ਇਹ ਉਸ ਚੀਜ਼ ਤੋਂ ਬਹੁਤ ਨਿਰਾਸ਼ ਹੋ ਚੁੱਕਾ ਹੈ ਕਿ ਮੈਂ ਹੁਣ ਮਰਨ ਵਾਲਾ ਹੈਗਾ, ਤੇ ਮੈਂ ਇਹ ਸਭ ਕੁਝ ਛੱਡ ਕੇ ਜਿਹੜਾ ਮੈਂ ਮੁੜ ਆਪਣੀ ਧਰਤੀ ਤੇ ਚਲੇ ਜਾਣਾ। ਔਰ ਜਦੋਂ ਕੈਟ ਨੂੰ ਪਤਾ ਲੱਗਦਾ ਤਾਂ ਉਹ ਵੀ ਉਹਨੂੰ ਛੱਡ ਕੇ ਜਿਹੜਾ ਪਰੇ ਹੋ ਜਾਂਦੀ ਹੈ। ਇਹ ਉਸ ਤੋਂ ਬਾਅਦ ਇੰਡੀਆ ਵਾਪਸ ਆ ਜਾਂਦਾ ਹੈ ਆਪਣੇ ਉਸੇ ਧਰਤੀ ਤੇ। ਲੇਕਿਨ ਇੱਥੇ ਗੱਲ ਇਹ ਹੈ ਕਿ ਜਦੋਂ ਉਹ ਉਸਨੂੰ ਛੱਡ ਕੇ ਆ ਚੁੱਕਾ ਹੈਗਾ, ਉਹਨੇ ਆਪਣੇ ਹਸਬੈਂਡ ਨੂੰ ਛੱਡ ਦਿੱਤਾ, ਫਿਰ ਕੈਟ ਦਾ ਉਹਦੇ ਪੂਰੇ ਬਿਜ਼ਨਸ ਚੋਂ ਪੈਸਾ ਲੈਣਾ, ਮਤਲਬ ਇੱਥੇ ਸਿਰਫ ਪੈਸੇ ਕਰਕੇ ਪਤੀ ਪਤਨੀ ਸੀਗੇ ਜਾਂ ਉਹਨਾਂ ਲੋਕਾਂ ਦੀ ਪ੍ਰਵਿਰਤੀ ਹੈ? ਨਹੀਂ, ਇਹ ਦੇਖੋ, ਇਹ ਗਰੀਡ ਵੀ ਹੈ ਨੰਬਰ 1। ਨੰਬਰ 2 ਇਹ ਆ ਕਿ ਉਹਨੂੰ ਜਿਹੜੀ ਕੇਟ ਆ, ਉਹਨੂੰ ਇਹ ਵੀ ਹੈ ਜਿਹੜਾ ਮੇਰਾ ਹਸਬੈਂਡ ਸੀਗਾ ਨਾ, ਤੇ ਮੈਨੂੰ ਇਹ ਕੁਛ ਮਿਲਣਾ ਚਾਹੀਦਾ ਸੀ, ਉਹ ਤਾਂ ਉਹਦੇ ਚੋਂ ਕਲੇਮ ਕਰਦੀ ਹੈ। ਕੈਲੀਫੋਰਨੀਆ ਦੀ ਸਟੋਰੀ ਹੈ, ਕੈਲੀਫੋਰਨੀਆ ਦੇ ਵਿੱਚ ਲਾਅ ਮੁਤਾਬਕ 50% ਪਤਨੀ ਦਾ ਆਟੋਮੈਟਿਕਲੀ ਹੋ ਜਾਂਦਾ, ਜਿਹੜਾ 50% ਹੁੰਦਾ। ਲੇਕਿਨ ਇੱਥੇ ਤੇ ਉਹਨੇ ਮੇਰੇ ਖਿਆਲ ਨਾਲ ਸਭ ਕੁਝ ਲੈ ਲਿਆ, ਕਿਉਂਕਿ ਉਹਨੇ ਤੇ ਸ਼ਾਇਦ ਉੱਥੇ $100 ਹੀ ਲਏ ਨੇ। ਉਸ ਤੋਂ ਬਾਅਦ ਜਿੰਨਾ ਬਿਜ਼ਨਸ ਦਾ ਹਿੱਸਾ ਸੀ ਉਹ ਵੀ ਸਾਰਾ ਉਹੀ ਲੈਂਦੀ ਹੈਗੀ। ਇਹ ਉਹਦੀ ਗਰੀਡ, ਠੀਕ ਹੈ ਨਾ, ਉਹਨੂੰ ਸੰਭਾਲਦੀ। ਦੇਖੋ ਨਾ, ਏਦਾਂ ਦੀ ਉਹਨੂੰ ਸੰਭਾਲਦੀ, ਵਾਕਫ ਕਰਦੀ। ਚਲੋ ਠੀਕ ਆ, ਮਾੜੀ ਬਿਮਾਰੀ ਸੀ ਉਹਨਾਂ ਦਿਨਾਂ 'ਚ, ਬਹੁਤ ਬੁਰੀ, ਕੋਈ ਇਹਦਾ ਇਲਾਜ ਨਹੀਂ ਸੀਗਾ ਮੰਨਿਆ ਜਾਂਦਾ, ਲੋਕ ਡਰਦੇ ਸੀ ਇਸ ਚੀਜ਼ ਤੋਂ, ਪਰ ਫਿਰ ਵੀ ਉਹਨੂੰ ਖਿਆਲ ਰੱਖਦੀ। ਉਹ ਸਾਡੇ ਕਲਚਰ 'ਚ ਉਹ ਨਹੀਂ ਹੈ, ਸਾਡੇ ਕਲਚਰ 'ਚ ਹੋਰ ਚੀਜ਼ ਆ। ਸਾਡੇ ਕਲਚਰ 'ਚ ਵਿੱਚ ਅਸੀਂ ਡਿੱਗੇ ਪਏ ਨੂੰ ਜ਼ਿਆਦਾ ਚੁੱਕਦੇ ਹਾਂ, ਮਤਲਬ ਕਿ ਠੀਕ ਹੈ ਨਾ, ਚੰਗੇ ਨੂੰ ਬੇਸ਼ੱਕ ਲੜਦੇ ਰਹੀਏ, ਪਰ ਜਦੋਂ ਡਿੱਗ ਪਏ ਅਸੀਂ ਚੁੱਕਦੇ। ਉਹ ਕਲਚਰ ਦਾ ਵੀ ਡਿਫਰੈਂਸ ਹੈਗਾ। ਨਕਸ਼ਦੀਪ ਜੀ, ਇੱਥੇ ਤੇ ਮੈਨੂੰ ਲੱਗਦਾ ਹੈ ਅੰਤ ਵਿੱਚ ਇਹੀ ਕਹਾਂਗੀ ਕਿ ਜ਼ਿੰਦਗੀ ਜਿੱਥੋਂ ਸ਼ੁਰੂ ਹੁੰਦੀ ਹੈ, ਇਨਸਾਨ ਮੁੜ ਕੇ ਉੱਥੇ ਤੱਕ ਹੀ ਪਹੁੰਚਦਾ ਹੈ। ਜਿੱਦਾਂ ਤੁਹਾਡਾ ਕਿਰਦਾਰ ਜਿਹੜਾ ਸਾਰੀ ਦੁਨੀਆ ਘੁੰਮਿਆ, ਸਭ ਨੂੰ ਉਸਨੇ ਦੇਖਿਆ, ਪਰ ਸ਼ਾਇਦ ਉਹਦਾ ਜਿਹੜਾ ਅੰਤ ਸੀਗਾ, ਉਹਨੂੰ ਏਦਾਂ ਲੱਗਿਆ ਕਿ ਮੈਂ ਆਪਣਿਆਂ ਦੇ ਵਿੱਚ ਹੀ ਆ ਕੇ ਖਤਮ ਕਰਾਂ। ਤੁਸੀਂ ਕੀ ਕਹੋਗੇ? ਹਾਂ, ਬਿਲਕੁਲ ਤੁਸੀਂ ਸਹੀ ਕਿਹਾ। ਉਹ ਉੱਥੇ ਹੀ ਕੰਫਰਟੇਬਲ ਫੀਲ ਕਰਦਾ ਕਿ ਮੈਂ ਉੱਥੇ ਜਾਵਾਂ, ਆਪਣੇ ਪਰਿਵਾਰ 'ਚ ਰਹਾਂ, ਤੇ ਉਹ ਓਪਰਾ ਹੋ ਗਿਆ ਜਿਹੜਾ ਆਪਣਾ ਬਣਾਉਂਦਾ ਸੀਗਾ। ਬਿਲਕੁਲ ਸਹੀ ਕਿਹਾ ਤੁਸੀਂ ਜੀ। ਹੁਣ ਗੱਲ ਕਰਦੇ ਹਾਂ ਤੁਹਾਡੇ ਅਗਲੇ ਨਾਵਲ ਦੀ। ਤੁਹਾਡਾ ਇੱਕ ਹੋਰ ਨਾਵਲ ਦਰਖਤੋਂ ਟੁੱਟੇ ਪੱਤੇ, ਇਸ ਵਿੱਚ ਤੁਸੀਂ ਮਹਾਭਾਰਤ ਤੇ ਰਾਮਾਇਣ ਦੇ ਕਈ ਵਰਤਾਂਤਾਂ ਨੂੰ ਲੈ ਕੇ ਕਈ ਉਹਦੇ ਸੂਤਰ ਜਿਹੜੇ ਨੇ ਉਹਦੇ ਵਿੱਚ ਰੂਪਾਂਤਰਿਤ ਕੀਤੇ ਨੇ। ਜਿੱਦਾਂ ਇਹਦੇ ਵਿੱਚ ਤੁਹਾਡਾ ਇੱਕ ਜਿਹੜਾ ਪਿਓ ਹੈਗਾ, ਉਹ ਆਪਣੇ ਪੁੱਤਰ ਨੂੰ
ਨੂੰ ਸ਼ਾਇਦ ਆਪਣੀ ਪੂਰਤੀ ਕਰਨ ਦੇ ਲਈ ਬਾਹਰ ਭੇਜਣਾ ਚਾਹੁੰਦਾ ਹੈ ਤਾਂ ਕਿ ਉਹ ਵੀ ਪਿੱਛੇ ਚਲ ਜਾਏ, ਜਾਂ ਉਹਨੇ ਕਿਸੇ ਦੇ ਨਾਲ ਵਾਅਦਾ ਕੀਤਾ ਸੀ ਉਹ ਆਪਣੇ ਪੁੱਤਰ ਨੂੰ ਇੱਕ ਐਸੇ ਚੱਕਰਵਿਊਹ ਦੇ ਵਿੱਚ ਫਸਾ ਦਿੰਦਾ ਹੈ ਜਿਵੇਂ ਅਭਿਮਨਿਊ ਜਿਹੜਾ ਸੀ ਉਹ ਚੱਕਰਵਿਊਹ ਦੇ ਵਿੱਚ ਫਸ ਗਿਆ ਸੀ ਤੇ ਉਸ ਨੂੰ ਉਦੋਂ ਬਾਹਰ ਨਿਕਲਣ ਦਾ ਰਸਤਾ ਨਹੀਂ ਸੀ ਔਰ ਉਸੇ ਚੱਕਰਵਿਊਹ ਚੋਂ ਮਰ ਗਿਆ ਸੀ। ਦੂਸਰੀ ਚੀਜ਼ ਇੱਥੇ ਤੁਸੀਂ ਮੱਛਲੀ ਦੀ ਅੱਖ ਦੀ ਗੱਲ ਕੀਤੀ ਹੈ, ਇਸ ਤੋਂ ਇਲਾਵਾ ਤੁਸੀਂ ਲਕਸ਼ਮਣ ਰੇਖਾ ਦੀ ਗੱਲ ਕੀਤੀ ਹੈ। ਇਹ ਤੁਹਾਡੇ ਦਿਮਾਗ ਵਿੱਚ ਕਿੱਦਾਂ ਆਇਆ ਕਿ ਤੁਸੀਂ ਮਹਾਭਾਰਤ ਔਰ ਰਾਮਾਇਣ ਨੂੰ ਨਾਲ ਰਿਲੇਟ ਕਰਕੇ ਇਸ ਨੋਵਲ ਨੂੰ ਲੈ ਕੇ ਅੱਗੇ ਵਧੋ? ਸੱਚੀ ਗੱਲ ਹੈ ਕਿ ਮੇਰੇ ਦਿਲੋਂ ਦਿਮਾਗ 'ਚ ਨਾ ਰਾਮਾਇਣ ਸੀ ਨਾ ਮਹਾਭਾਰਤ ਸੀਗਾ। ਮੇਰੇ ਦਿਮਾਗ ਦੇ ਵਿੱਚ ਸੀ ਕਿ ਜਿਹੜੀ ਇੱਕ ਜਨਰੇਸ਼ਨ ਆ ਜਿਹੜੀ ਦੂਸਰੀ ਜਨਰੇਸ਼ਨ ਨੂੰ ਹੈਲਪ ਕਰਦੀ ਐਕਸਪਲੋਇਟ ਕਰ ਜਾਂਦੀ ਹੈ। ਜਿੱਦਾਂ ਉਹਦੇ ਫਾਦਰ ਨੇ ਉਹ ਇੱਕ ਤਰ੍ਹਾਂ ਦਾ, ਮੈਂ ਕਹਿੰਦਾ ਵੀ ਐਕਸਪਲੋਇਟ ਕਰਦੇ ਨੇ ਉਹ, ਕਿ ਆਪਣੇ ਟੱਬਰ ਨੂੰ ਉੱਧਰ ਲਿਜਾਣਾ ਆਪਣਾ ਤਰੱਕੀਆਂ ਕਰਨ ਵਾਸਤੇ ਤੇ ਉਸ ਬੰਦੇ ਦੀ ਸਾਰੀ ਲਾਈਫ ਨੂੰ ਲਾਈਨ ਤੇ ਲਾ ਦੇਣਾ, ਤੇ ਉਸ ਦਾ ਉਹਨੇ ਬੜਾ ਦੁੱਖ ਸਿਆ। ਪਰ ਇਹਦੇ ਵਿੱਚ ਉਹ ਰਾਮਾਇਣ ਤੇ ਉਹ ਚੀਜ਼ਾਂ ਬਿਲਕੁਲ ਫਿੱਟ ਰਹਿੰਦੀਆਂ ਨੇ। ਬਚਨ ਵਾਲੀ ਗੱਲ, ਜਿਸ ਤਰ੍ਹਾਂ ਮੈਂ ਉਹਨੂੰ ਬਚਨ ਦੇ ਬੈਠਿਆ, ਮਰ ਜਾਾਂਗੇ ਪਰ ਬਚਨ ਨਹੀਂ ਛੱਡਾਂਗੇ, ਤੇ ਇਹ ਮੈਂ ਕਹਿੰਦਾ ਇੱਕ ਤਰ੍ਹਾਂ ਦਾ ਵੈਪਨ ਸੀ ਜੋ ਵਰਤ ਰਹੇ ਸੀ, ਕੋਈ ਇੱਕ ਤਰ੍ਹਾਂ ਦਾ ਖੁਦਕੁਸ਼ੀ ਕਰਨ ਨੂੰ ਤਿਆਰ ਵੀ ਹੋ ਗਏ ਸੀਗੇ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਵਿੱਚ ਇਕੱਠੀਆਂ ਹੋ ਜਾਂਦੀਆਂ ਨੇ। ਪਰ ਮੇਰੇ ਦਿਮਾਗ 'ਚ ਇਹ ਸੀ ਕਿ ਜਿਹੜੀ ਇਹਦਾ ਮੁੱਦਾ ਜੋ ਹੈ ਦਾ, ਇੱਕ ਜਨਰੇਸ਼ਨ ਜਿਹੜੀ ਆ ਦੂਸਰੀ ਜਨਰੇਸ਼ਨ ਦੀ ਲਾਈਫ ਕਈ ਵਾਰ ਖਰਾਬ ਕਰ ਦਿੰਦੀ ਆ, ਉਹਨਾਂ ਨੂੰ ਜਿਉਣ ਦੇਣਾ ਚਾਹੀਦਾ ਜਿਵੇਂ ਉਹ ਜਿਉਣਾ ਚਾਹੁੰਦੇ ਆ। ਉਹਨਾਂ ਦੀ ਲਾਈਫ ਆ, ਜੋ ਤੁਹਾਡੀ ਲਾਈਫ ਹੈ ਤੁਸੀਂ ਜਿਉਂਦੀ ਹੈ, ਕਿ ਤੁਸੀਂ ਐਡਵਾਈਸ ਕਰ ਦਿਓ ਜੇ ਉਹਨਾਂ ਦੀ ਲੋੜ ਪੈਂਦੀ ਆ, ਲੇਕਿਨ ਆਪਣੀਆਂ ਇੱਛਾਵਾਂ ਆਪਣੇ ਉਹ ਚੀਜ਼ਾਂ ਉਹਨਾਂ ਤੇ ਨਾ ਥੋਪੋ। ਮਕਸਦ ਇਹਦਾ ਇਹ ਸੀ ਕਿ ਫਿਰ ਉਹਨਾਂ ਦਾ ਹਾਲਤ ਟੁੱਟੇ ਪੱਤਿਆਂ ਵਰਗਾ ਹੋ ਜਾਂਦਾ ਜੋ ਉਧਰ ਉਧਰ ਖਿਲਦੇ ਚਲੇ ਜਾਂਦੇ। ਬਿਲਕੁਲ, ਇੱਥੇ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਸ਼ਿਵ ਕੁਮਾਰ ਬਟਾਲਵੀ ਜੀ ਦੀ ਇੱਕ ਇੰਟਰਵਿਊ ਦੇ ਵਿੱਚ। ਉਹ ਕਹਿੰਦੇ ਨੇ ਕਿ ਸਾਡੇ ਜਿਹੜੇ ਮਾਪੇ ਨੇ ਉਹ ਸਾਨੂੰ ਇਸ ਤਰੀਕੇ ਦੇ ਨਾਲ ਪਾਲਦੇ ਨੇ ਕਿ ਵੱਡੇ ਹੋ ਕੇ ਉਹ ਇਹਨਾਂ ਦਾ ਇੰਟਰਸਟ ਕਹਿ ਲਓ ਉਹਨਾਂ ਦੇ ਨਾਲ ਆਪਣੇ ਉੱਤੇ ਹਕੂਮਤ ਕਰ ਸਕਦੇ ਸੀ। ਤੇ ਉਹਨਾਂ ਦਾ ਵੀ ਪਿਓ ਦਾ ਸ਼ਾਇਦ ਇਹੀ ਸਵਾਲ ਸੀਗਾ, ਇਹੀ ਜਵਾਬ ਸੀਗਾ, ਤੇ ਮੈਂ ਕਾਹੇ ਕੋ ਕਵੀ ਹੋ ਗਿਆ ਮੁਝੇ ਨਹੀਂ ਪਤਾ। ਸੋ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਸਾਡਾ ਪਿਓ ਜਿਹੜਾ ਹੈ ਸਾਨੂੰ ਇਸ ਤਰੀਕੇ ਨਾਲ ਪਾਲਦਾ ਹੈ ਕਿ ਵੱਡਾ ਹੋ ਕੇ ਸਾਡੇ ਤੇ ਆਪਣੀ ਹਕੂਮਤ ਚਲਾ ਸਕੇਗਾ ਔਰ ਸਾਨੂੰ ਵੀ ਉਹੀ ਬਣਾ ਸਕੇਗਾ ਜੋ ਉਹ ਚਾਹੁੰਦਾ ਹੈਗਾ। ਤੁਹਾਡੀ ਗੱਲ ਦਾ ਰਿਲੇਟ ਇੱਥੇ ਜ਼ਰੂਰ ਹੋ ਰਿਹਾ ਸੀ, ਤਦ ਮੈਂ ਗੱਲ ਵਿੱਚ ਕਹੀ ਹੈਗੀ ਤੁਹਾਡੇ। ਸੋ ਇਸ ਦੇ ਕੁਝ ਹੋਰ ਪਹਿਲੂਆਂ ਬਾਰੇ ਸਾਨੂੰ ਜ਼ਰੂਰ ਦੱਸੋ। ਉਹ ਦੂਸਰਾ ਇਹ ਆ ਕਿ ਪਿਆਰ ਦੀ ਗੱਲ, ਇਹਦੇ ਵਿੱਚ ਔਰਤ ਦਾ ਪਿਆਰ ਦਾ ਵੀ ਦੱਸਿਆ ਕਿ ਜੋ ਔਰਤ ਹੈ ਜੇ ਉਹ ਦਿਲੋਂ ਪਿਆਰ ਕਰਦੀ ਆ, ਇਹ ਬਹੁਤ ਪੋਸੀਬਲ ਆ ਕਿ ਉਹ ਕਿਸੇ ਹੋਰ ਮਰਦ ਨੂੰ ਐਕਸੈਪਟ ਨਾ ਕਰੇ। ਇਹਦੇ ਬਾਰੇ ਕਿਸੇ ਬੜੇ ਮਸ਼ਹੂਰ ਹੈ, ਮੈਂ ਨਾਂ ਨਹੀਂ ਲਵਾਂਗਾ, ਉਹ ਆਖਦੇ ਸੀਗੇ ਕਿ ਮਰਦ ਦੀ ਸੋਚ ਆ ਕਿ ਉਹਨੇ ਵਿਆਹ ਨਹੀਂ ਕਰਾਇਆ, ਜਿਹੜੀ ਆਪਣੇ ਸ਼ਰਨਜੀਤ ਆ ਪਾਤਰ ਆ ਉਹਦੀ। ਲੇਕਿਨ ਤੁਸੀਂ ਜਾਣਦੇ ਹੋ ਕਿ ਸਰਈਆ ਬੜੀ ਮਸ਼ਹੂਰ ਗਾਇਕ ਆਪਣੇ ਜ਼ਮਾਨੇ ਦੀ ਬੜੀ ਤਗੜੀ ਹੀਰੋਇਨ ਹੋਈ ਆ, ਉਹ ਸ਼ੀ ਫੈਲ ਇਨ ਲਵ ਵਿਦ ਦੇਵਾਨੰਦ, ਤੇ ਉਹ ਤੋਂ ਬਾਅਦ ਉਹਦੀ ਨਹੀਂ ਹੋਣ ਦਿੱਤੀ ਉਹਨਾਂ ਨੇ ਵਿਆਹ, ਕਿਉਂਕਿ ਉਹਦੀ ਜਿਹੜੀ ਸੀ ਉਹ ਹਿੰਦੂ ਸੀ, ਉਹ ਮੁਸਲਿਮ ਸੀਗੇ, ਉਹਦੀ ਦਾਦੀ ਅੜ ਗਈ ਆਪਣੀ ਸਰਈਆ ਦੀ। ਲੇਕਿਨ ਸਰਈਆ ਨੇ ਵਿਆਹ ਨਹੀਂ ਕਰਾਇਆ ਕਦੇ। ਉੱਥੇ ਹੁਣ ਮਰਦ ਦੀ ਸੋਚ ਥੋੜਾ ਉਹਦਾ ਆਪਦਾ ਫੈਸਲਾ। ਔਰਤ ਬਾਰੇ ਜਾਣਨਾ, ਹਾਂ ਔਰਤ ਬਾਰੇ ਜਾਣਨਾ, ਉਹਦੀ ਫੀਲਿੰਗ ਜਾਣਨਾ, ਔਰਤ ਦੱਸ ਸਕਦੀ ਹੈ। ਮਰਦ ਐਵੇਂ ਤੁੱਕੇ ਲਾਉਂਦੇ ਨੇ, ਇਮੈਜੀਨੇਸ਼ਨ ਕਰਦੇ ਨੇ, ਲੇਕਿਨ ਰਿਐਲਿਟੀ ਤਾਂ ਉਹੀ ਦੱਸ ਸਕਦੀ। ਬਿਲਕੁਲ, ਇੱਥੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਦੇਵਾਨੰਦ ਨੇ ਤਾਂ ਫੇਰ ਵੀ ਵਿਆਹ ਕਰਾਇਆ ਲੇਕਿਨ ਸਰਈਆ ਜੀ ਨੇ ਵਿਆਹ ਨਹੀਂ ਕਰਾਇਆ। ਹਾਂ ਬਿਲਕੁਲ ਨਹੀਂ ਕਰਾਇਆ, ਉਹ ਪਾਤਰ ਨੇ ਕਰਾਇਆ, ਉਹਨੇ ਨਹੀਂ ਕਰਾਇਆ। ਉਹ ਸਮਝ ਗਈ, ਮਜਬੂਰੀ ਸਮਝ ਗਈ, ਸਭ ਕੁਝ ਸਮਝ ਗਈ, ਠੀਕ ਹੈ ਨਾ। ਤੇ ਇਹ ਹੁਣ ਅਗਲੀ ਤੁਹਾਡੀ ਗੱਲ ਦੀ ਤਰਫ ਆ ਰਹੀਆਂ, ਜੋ ਤੁਸੀਂ 12 ਸਾਲ ਲਗਾਏ ਨੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਲੋਕਾਂ ਨੂੰ, ਉਹਦੇ ਇੱਕ ਸ਼ਬਦ ਦਾ ਜਿਹੜਾ ਤੁਸੀਂ ਸਾਰ ਕੱਢਿਆ, ਤੁਸੀਂ ਉਹਦੇ ਤੇ 12 ਸਾਲ ਲਗਾਏ। ਤੁਹਾਡਾ ਇਹ ਚੀਜ਼ਾਂ ਤੋਂ ਬਦਲ ਕੇ ਇਸ ਪਾਸੇ ਮਨ ਕਿਵੇਂ ਗਿਆ? ਇਹਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਦੋ ਗੱਲਾਂ ਕਹਿ ਦਵਾਂ। ਇੱਕ ਮੈਂ ਹੋਰ ਨਾਵਲ ਲਿਖਿਆ ਸੀਗਾ ਸਾਂਝਾ ਦੁੱਖ 1991 ਦੇ ਵਿੱਚ। ਉਹ ਸੀਗਾ ਨਕਸਲਵਾੜੀ ਜਿਹੜੀ ਲਹਿਰ ਦੇ ਪ੍ਰਤੀਕਿਰਿਆ ਵੱਲੋਂ ਕਿ ਤੁਸੀਂ ਗੋਲੀਆਂ ਚਲਾ ਕੇ ਤੁਸੀਂ ਚੱਲ ਪਏ, ਤੁਹਾਨੂੰ ਫੜ ਕੇ ਮਾਰ ਦੇਣਾ ਇਹਨਾਂ ਨੇ। ਇਹਦਾ ਤਰੀਕਾ ਹੋਰ ਹੈ, ਤੇ ਉਹ ਸਾਂਝਾ ਦੁੱਖ ਵਿੱਚ ਦੱਸਿਆ ਗਿਆ ਸੀਗਾ। ਤੇ ਦੂਸਰਾ ਜਿਹੜਾ ਬਹੁਤ ਚਰਚਿਤ ਹੋਇਆ ਤੁਹਾਡਾ ਇਹ ਨਾਵਲ। ਹਾਂ, ਇਹ ਦੂਸਰਾ ਨਾਵਲ, ਹਾਂ ਉਹ ਨਾਵਲ ਹੈਗਾ ਇੱਕ ਆਪਣਾ ਕੀ ਕਹਿੰਦੇ ਆ ਗਿਰਵੀ ਹੋਏ ਮਨ, 1998 ਚ ਲਿਖਿਆ ਗਿਆ ਸੀਗਾ। ਤੇ ਇਹਨੂੰ ਬੜਾ ਚੁੱਕਿਆ ਮੈਨੂੰ ਬਿਨਾਂ ਜਾਣਿਆ, ਮਤਲਬ ਜਿਵੇਂ ਡਾਕਟਰ SP ਸਿੰਘ ਵਾਈਸ ਚਾਂਸਲਰ ਸੀਗੇ ਆਪਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ,
ਤੇ ਆਪਣੇ ਡਾਕਟਰ ਹਰਚੰਦ ਸਿੰਘ ਬੇਦੀ ਸੀਗੇ, ਤੇ ਉਹਨਾਂ ਨੇ ਬੜਾ ਇਹਨੂੰ ਚੱਕਿਆ ਕਿਉਂਕਿ ਇਹਦੇ ਵਿੱਚ ਮਲਟੀਫੈਸਟ ਜਿਹੜੀ ਨਸਲਵਾਦ ਹੈ ਨਾ, ਉਹਦੀ ਬੜੀ ਡਿਟੇਲ ਨਾਲ ਇਹਨੂੰ ਲਿਆ ਗਿਆ। ਤੇ ਇਸ ਚੀਜ਼ ਨੂੰ ਉਹਨਾਂ ਦਿਨਾਂ 'ਚ ਮੈਂ ਬੜੀ ਸਾਈਕੋਲੋਜੀ ਦੇ ਪੇਪਰ ਵੀ ਪੜ੍ਹਦਾ ਹੁੰਦਾ ਸੀਗਾ, ਮੈਨੂੰ ਸ਼ੌਕ ਸੀਗਾ ਪੜ੍ਹਨ ਤੋਂ ਸ਼ੁਰੂ ਤੋਂ ਹੀ। ਤੇ ਉਹ ਜਿਹੜੀ ਉਹਦੀ ਹਿਊਮਨ ਬੀਇੰਗ ਬਿਹੇਵੀਅਰ ਹੈ ਕਿ ਕਿੱਦਾਂ ਅਸੀਂ ਟੁੱਟਦੇ ਨਹੀਂ ਹੈਗੇ, ਆਪਣੀ ਉਹ ਸੋਚ ਜੋ ਸਾਡੇ ਵਿੱਚ ਪਾ ਦਿੱਤੀ ਜਾਂਦੀ ਉਹ ਚੱਲਦੀ ਚਲੇ ਜਾਂਦੀ, ਟੁੱਟਦੀ ਨਹੀਂ। ਅਸੀਂ ਸਮਝ ਜਾਂਦੇ ਗਲਤ ਆ, ਪਰ ਉਹੀ ਵਿਸ਼ਵਾਸ ਕਾਇਮ ਰੱਖੀ ਜਾਂਦੇ ਆ। ਤੇ ਇਹਦੀ ਬੜੀ ਮਤਲਬ ਚਰਚਾ ਹੋਈ ਹੈ, ਬੜੀ ਚਰਚਿਤ ਨਾਵਲ ਹੈ। ਤੇ ਇਹ ਯੂਨੀਵਰਸਿਟੀ 'ਚ ਪੜ੍ਹਾਇਆ ਗਿਆ, ਆਪਣਾ ਐਮਫਿਲ ਕਰਦੇ ਉਹਨਾਂ ਨੇ ਬੱਚਿਆਂ ਨੇ ਵੀ, ਤੇ ਆਪਣੇ ਲਿਖੇ ਨੇ ਪੇਪਰ ਲਿਖੇ। ਇਹ ਮੈਂ ਕਹਿਣਾ ਚਾਹੁੰਦਾ ਸੀਗਾ। ਤੇ ਦੂਸਰਾ ਗੁਰੂ ਗ੍ਰੰਥ ਸਾਹਿਬ ਦਾ ਇਹ ਵੀ ਮੈਨੂੰ ਕਿਸੇ ਨੇ ਗਿਫਟ ਦਿੱਤਾ, ਮੇਰੇ ਦੋਸਤ ਬਲਵੰਤ ਸਿੰਘ ਗੋਗੀ ਨੇ ਮੈਨੂੰ ਭੇਜੇ 10 ਪੋਥੀਆਂ ਆਪਣੇ ਡਾਕਟਰ ਸਾਹਿਬ ਸਿੰਘ ਵੱਲੋਂ। ਤੋਂ ਮੈਂ ਪੜ੍ਹਦਾ ਹੁੰਦਾ ਸੀਗਾ, ਉਦੋਂ ਮੇਰੇ ਦਿਮਾਗ 'ਚ ਆਇਆ ਕਿ ਜਿਹੜੇ ਲੋਕਾਂ ਨੂੰ ਗੁਰਬਾਣੀ ਬਹੁਤੀ ਨਹੀਂ ਆਉਂਦੀ, ਜਿਵੇਂ ਆਪਣੇ ਯੂਥ ਹੈ, ਤਾਂ ਮੈਂ ਉਹਨਾਂ ਨੂੰ ਟ੍ਰਾਂਸਲੇਸ਼ਨ ਕਰਕੇ ਸਿੰਪਲ ਕਰਕੇ ਮੈਂ ਇਹਨੂੰ ਸ਼ੁਰੂ ਕਰ ਦਿੱਤਾ। ਤੁਸੀਂ ਦੇਖੋ ਬੜਾ ਮੁਸ਼ਕਿਲ ਆ, ਜਪਜੀ ਸਾਹਿਬ ਨੂੰ ਕਰਕੇ ਦੇਖ ਲਓ ਕਿੰਨਾ ਟਾਈਮ ਲੱਗ ਜਾਂਦਾ। ਤੇ ਮੈਂ ਇੱਕ ਸਾਰੇ ਇਨ ਸੈਂਸ ਟ੍ਰਾਂਸਲੇਸ਼ਨ ਕਰਨ ਲੱਗ ਗਿਆ ਸੀਗਾ, ਤੇ 10-12 ਸਾਲ ਮੇਰੇ ਉਹਦੇ ਵਿੱਚ ਲੱਗ ਗਏ ਸੀ। ਤਾਂ ਮੈਂ ਤੈਨੂੰ ਮੁੜਿਆ ਸੀਗਾ, ਉਹ ਮੈਨੂੰ ਉਹ ਪੜ੍ਹਨ ਨੂੰ ਭੇਜੀ ਗਈ, ਉਹ ਮੈਂ ਉੱਧਰ ਲੱਗ ਗਿਆ। ਮੈਂ ਫਿਰ ਇੱਧਰੋਂ ਮੈਂ ਥੋੜਾ ਜਿਹਾ ਟੁੱਟ ਗਿਆ ਪੰਜਾਬੀ ਸਾਹਿਤ ਨੂੰ ਬਿਲਕੁਲ, ਤੇ ਇਹ ਤਾਂ ਮੈਂ ਵਾਪਸ ਆਇਆ। ਕਿੰਨੀਆਂ ਕਿਤਾਬਾਂ ਲਿਖੀਆਂ ਹਜੇ ਤੱਕ? ਮੈਂ ਦੇਖੋ 7 ਦਾ ਤੁਸੀਂ ਜ਼ਿਕਰ ਕੀਤਾ, 6 ਨਾਵਲ ਤੇ ਕਾਵ ਸੰਗ੍ਰਹਿ ਦੇ, ਇਹਦੇ ਤੇ ਮੈਂ ਗੁਰਬਾਣੀ ਦੇ ਆਧਾਰ ਤੇ 4 ਕਿਤਾਬਾਂ ਲਿਖੀਆਂ। ਗੁਰੂ ਮੈਸੇਜ ਲਿਖਿਆ, ਉਸ ਤੋਂ ਬਾਅਦ ਦ ਅਲਟੀਮੇਟ ਫਰੀडम, ਉਸ ਤੋਂ ਬਾਅਦ ਮੈਂ ਲਿਖਿਆ ਗੁਰੂ ਨਾਨਕ ਇਨ ਹਿਜ਼ ਓਨ ਵਰਡਸ, ਉਸ ਤੋਂ ਬਾਅਦ ਭਗਤ ਕਬੀਰ ਦਾ ਸੈਲਫ ਪੋਰਟਰੇਟ, ਤੇ ਹੂ ਡਜ਼ ਲਿਵ ਵਿਦਨ, ਤੇ ਇਹ ਕਿਤਾਬਾਂ ਮੈਂ ਇੰਗਲਿਸ਼ ਦੇ ਵਿੱਚ ਉਹਨਾਂ ਦੇ ਆਧਾਰ ਤੇ ਲਿਖੀਆਂ ਸੀ। ਗੁਰਦੀਪ ਸਿੰਘ ਦੇ ਨਾਂ ਤੇ, ਗੁਰਦੀਪ ਸਿੰਘ ਨਾਂ ਤੇ, ਮੈਂ ਨਕਸ਼ਦੀਪ ਗਵਾ ਨਹੀਂ ਲਾਇਆ ਜੀ। ਇਹਦਾ ਮਕਸਦ ਇੰਨਾ ਹੈ ਕਿ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ, ਉਹ ਗੁਰਬਾਣੀ ਨੂੰ ਇੱਕ ਇੱਕ ਸ਼ਬਦ ਦਾ ਸਾਰ ਜਿਹੜਾ ਬਹੁਤ ਹੀ ਸਹਿਜ ਤਰੀਕੇ ਦੇ ਨਾਲ ਪੜ੍ਹ ਸਕੇ। ਸੋ ਇਹ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੈ ਕਿ ਜਿਹੜਾ ਤੁਸੀਂ ਪੰਜਾਬੀਅਤ ਦੇ ਜਾਂ ਆਉਣ ਵਾਲੀ ਜਨਰੇਸ਼ਨ ਦੀ ਝੋਲੀ ਦੇ ਵਿੱਚ ਇੰਨੀਆਂ ਖੂਬਸੂਰਤ ਕਿਤਾਬਾਂ ਜਿਹੜੀਆਂ ਨੇ ਤੁਸੀਂ ਪਾ ਰਹੇ ਹੋ। ਥੈਂਕ ਯੂ ਜੀ, ਥੈਂਕ ਯੂ। ਹੁਣ ਮੈਂ ਇੱਕ ਸਵਾਲ ਜਿਹੜਾ ਜ਼ਰੂਰ ਹੋਰ ਪੁੱਛ ਰਹੀ ਹਾਂ ਤੁਹਾਡੇ ਕੋਲੋਂ ਕਿ ਤੁਸੀਂ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਇਹਨਾਂ ਲਿਖਣ ਦਾ ਟਾਈਮ ਕਿੱਥੋਂ ਕੱਢਦੇ ਹੋ? ਹਾਂ, ਇਹ ਚੀਜ਼ ਮੈਨੂੰ ਕਿਸੇ ਨੇ ਮੈਨੂੰ ਐਡਵਾਈਜ਼ ਕੀਤਾ, ਮੈਂ ਤੁਹਾਨੂੰ ਸਾਂਝਾ ਕਰਨਾ ਚਾਹਾਂਗਾ। ਮੈਂ ਤੁਹਾਡੇ ਨਾਲ ਤੇ ਆਪਣੇ ਪਾਠਕਾਂ ਨਾਲ, ਸਰੋਤਿਆਂ ਨਾਲ ਵੀ, ਕਿ ਮੈਨੂੰ ਚੜ੍ਹਦੀ ਉਮਰ ਦੇ ਵਿੱਚ ਨਾ ਆਪਣੇ ਪੰਜਾਬੀ ਦੇ ਨਾਵਲਿਸਟ ਸੀਗੇ, ਬੰਬੇ ਰਹਿੰਦੇ ਸੀਗੇ, ਸੁਖਵੀਰ ਨਾਵਲ ਹੁੰਦੇ ਨੇ, ਤੇ ਉਹਨਾਂ ਨੇ ਸੜਕਾਂ, ਕਮਰੇ, ਪਾਣੀ, ਪੁਲ, ਗਰਦਸ਼, ਬੜੇ ਹੀ ਵੱਖਰੇ ਤੇ ਡਿਫਰੈਂਟ ਕਿਸਮ ਦੇ ਨਾਵਲ ਦਿੱਤੇ ਨੇ। ਪੰਜਾਬੀ ਦੇ ਵਿੱਚ ਜੋ ਸ਼ਬਦ ਹੁੰਦੇ ਸੀ ਉਹਨਾਂ ਨਾਲ ਬਿਲਕੁਲ ਵੱਖਰੇ, ਤੇ ਉਹਨਾਂ ਦੇ ਨਾਲ ਮੇਰੀ ਬੜੀ ਆਉਣ ਜਾਣ ਹੋ ਗਈ, ਉਹਨਾਂ ਦੇ ਘਰੇ ਵੀ ਆਉਣ ਜਾਣ ਹੁੰਦੀ। ਉਹ ਮੈਨੂੰ ਬੜਾ ਗਾਈਡ ਕਰਦੇ ਰਹੇ, ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਤੂੰ ਰਾਈਟਰ ਬਣ ਰਿਹਾ ਹੈ, ਤੇ ਉਹਨਾਂ ਦੇ ਮੈਂ ਉਹ ਛਪ ਚੁੱਕਿਆ ਸੀਗਾ 2 ਮੇਰੇ ਨਾਵਲ, ਤੇ ਤੂੰ ਰਿਹਾ ਤਾਂ ਪੂਰਾ ਮਤਲਬ ਕਦੇ ਦਿਨ ਤੂੰ ਛੱਡਣਾ ਨਹੀਂ, ਜਿੱਦਾਂ ਤੂੰ ਲਿਖਣਾ, ਜਿੱਦਾਂ ਕੁਛ ਵੀ ਨਹੀਂ ਸੋਚਿਆ ਉਦੋਂ ਕਵਿਤਾ ਲਿਖਦੀ, ਕੋਈ ਗੀਤ ਲਿਖਦੀ, ਕੋਈ ਦੋਹਰਾ ਲਿਖਦੀ, ਪਰ ਲਿਖੀ ਜ਼ਰੂਰ ਐਵਰੀ ਡੇ। ਸੋ ਮੈਂ ਆਪਣੇ ਪੱਲੇ ਬੰਨ ਲਿਆ। ਚਾਹੋ ਮੈਂ ਬਿਜ਼ੀ ਸੀਗਾ ਉੱਥੇ ਅਮਰੀਕਾ 'ਚ, ਬਹੁਤ ਬਿਜ਼ੀ ਰਹੇ, ਕਈ ਵਾਰ 10-10, 12-12 ਘੰਟੇ ਵੀ ਲੱਗੇ ਨੇ ਕੰਮ ਤੇ, ਪਰ ਮੈਂ ਜਦੋਂ ਵੀ ਮੈਨੂੰ ਵਕਤ ਮਿਲਦਾ ਸੀ, ਰੋਜ਼ ਮੈਂ ਕੱਢਣਾ, ਮੈਂ ਲਿਖਣਾ ਹੀ ਲਿਖਣਾ। ਜੇ ਮੈਨੂੰ ਕਿਤੇ ਨਹੀਂ ਮਿਲਦਾ, ਮੈਂ 15 ਮਿੰਟ, ਮੈਂ 15 ਮਿੰਟ ਦਿੱਤੇ, ਮੈਂ ਕੋਈ ਦਿਨ ਲੰਘਣ ਨਹੀਂ ਦਿੱਤਾ। ਜੇ ਮੈਂ ਸਫ਼ਰ 'ਚ ਵੀ ਮਤਲਬ 2 ਛੋਟੀ ਕਵਿਤਾ ਲਿਖ ਲਈ, ਤੇ ਉਹ ਚੀਜ਼ ਮੈਂ ਕਹਿੰਦਾ ਆਪਣੇ ਜੋ ਵੀ ਨਵੇਂ ਰਾਈਟਰ ਨੇ, ਉਹਨਾਂ ਨੂੰ ਵੀ ਇਹੀ ਕਹਾਂਗਾ ਕਿ ਤੁਸੀਂ ਜਦੋਂ ਵੀ ਤੁਹਾਨੂੰ ਵਕਤ ਮਿਲਦਾ, ਤੁਸੀਂ ਲਿਖੋ। ਲੇਕਿਨ ਕੋਈ ਦਿਨ ਐਸਾ ਨਾ ਲੰਘਣ ਦਿਓ ਕਿ ਤੁਸੀਂ ਨਾ ਲਿਖੋ। ਤੇ ਇਸੇ ਕਰਕੇ ਮੈਂ ਕੁਛ ਲਿਖ ਚੁੱਕਿਆ, ਜੋ ਮੈਂ ਤੁਹਾਡੇ 6 ਨਾਵਲ ਨੇ, ਤੇ ਕਾਵ ਸੰਗ੍ਰਹਿ ਤੇ ਦੂਸਰੀਆਂ ਕਵਿਤਾਵਾਂ ਨੇ, ਇਹ ਨਾਲ ਆਪਣਾ ਟ੍ਰਾਂਸਲੇਸ਼ਨ ਕੀਤਾ ਜੀ। ਆਪਣੀਆਂ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕਹਿੰਦੇ ਨੇ ਦਿਨ ਦੀਆਂ ਭਾਵੇਂ 2 ਲਾਈਨਾਂ ਲਿਖੋ ਜ਼ਰੂਰ, ਲਿਖੋ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜਨ ਲਈ। ਤੁਸੀਂ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂ ਸਾਡੇ ਨਾਲ ਸਾਂਝੇ ਕੀਤੇ, ਕਈਆਂ ਦੇ ਪਰਦੇ ਚੱਕੇ ਤੇ ਕਈਆਂ ਦੇ ਅਸੀਂ ਪਰਦੇ ਕਹਿੰਦੇ ਨੇ ਡਿਗਾਏ ਵੀ ਨੇ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਤੇ ਆਪਣਾ ਵੱਡਮੁੱਲਾ ਸਮਾਂ ਦੇਣ ਲਈ। ਥੈਂਕ ਯੂ ਜੀ, ਤੁਹਾਡਾ ਵੀ ਮੀਡੀਆ ਦਾ ਥੈਂਕ ਯੂ। ਅੰਤ ਵਿੱਚ ਮੈਂ ਇਹੋ ਕਹਾਂਗੀ ਕਿ ਕਹਾਣੀ, ਨਾਵਲ, ਕਵਿਤਾਵਾਂ ਸਾਡੀ ਹੀ ਜ਼ਿੰਦਗੀ ਦਾ ਇੱਕ ਹਿੱਸਾ ਹੁੰਦੇ ਨੇ, ਜਿਨ੍ਹਾਂ ਦੇ ਛੋਟੇ ਛੋਟੇ ਬਿਰਤਾਂਤ ਲੇਖਕ ਲਿਖ ਕੇ ਸਾਨੂੰ ਸਾਡੀ ਹੀ ਜ਼ਿੰਦਗੀ ਦੇ ਨਾਲ ਪਹਿਚਾਨ ਕਰਾਉਂਦੇ ਹਨ, ਤੇ ਹੋਰ ਕਈ ਜ਼ਿੰਦਗੀ ਦੇ ਅਗਲੇ ਹਿੱਸੇ ਸਾਡੇ ਨਾਲ ਸਾਂਝੇ ਕਰਦੇ ਨੇ।
ਸਾਨੂੰ ਵੀ ਚਾਹੀਦਾ ਹੈ ਅਸੀਂ ਵੀ ਇਹਨਾਂ ਨੋਵਲਸ ਤੋਂ ਕਹਾਣੀਆਂ ਤੋਂ ਜ਼ਿੰਦਗੀ ਦੇ ਸਾਰ ਨੂੰ ਸਮਝੀਏ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਤੁਸੀਂ ਵੇਖਦੇ ਰਹੋ ਸਾਡੇ ਪ੍ਰੋਗਰਾਮ ਸਿਰਫ ਵੀ ਮੀਡੀਆ ਤੇ।